मुझे नवाजे तेरा कर्म है वरना तेरी रहमतों का बदला मेरी बंदगी नहीं। काशी टीवी देखने वाले सारे व्यूअर्स ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਜਿੱਥੇ ਕਿਤੇ ਵੀ ਤੁਸੀਂ ਕਾਸ਼ੀ ਟੀਵੀ ਦੇਖ ਰਹੇ ਹੋ, ਤੁਹਾਡਾ ਨਿੱਘਾ ਜਿਹਾ ਸਵਾਗਤ ਹੈ ਸਾਡੇ ਹੈਲਥ ਟਾਕ ਸ਼ੋ ਵਿੱਚ। ਅੱਜ ਦੇ ਹੈਲਥ ਟਾਕ ਸ਼ੋ ਵਿੱਚ ਅਸੀਂ ਲੈ ਕੇ ਆਏ ਖਾਸ ਪ੍ਰੋਗਰਾਮ ਤੇ ਖਾਸ ਗੈਸਟ ਜੋ ਤੁਹਾਡੇ ਨਾਲ ਕਾਫੀ ਵਾਰ ਮੁਲਾਕਾਤ ਕਰ ਸਕਦੇ ਹੈ ਆਪਣੇ ਦੂਸਰੇ ਸ਼ੋਜ਼ ਤੇ ਵੀ, ਤੇ ਸਾਡੇ ਨਾਲ ਪਹਿਲੇ ਵੀ ਗੱਲਬਾਤ ਇਹਨਾਂ ਨੇ ਕੀਤੀ ਸੀਗੀ। ਉਹ ਨੇ ਗੁਰਦਿਆਲ ਕੌਰ ਤੇ ਗੁਰਦਿਆਲ ਅੱਜ ਸਾਡੇ ਲਈ ਇੱਕ ਸਪੈਸ਼ਲ ਟਾਕ ਤੇ ਗੱਲਬਾਤ ਕਰਨਗੇ ਐਂਜ਼ਾਇਟੀ ਦੇ ਬਾਰੇ, ਜੋ ਕਿ ਇਹਨਾਂ ਦੇ ਫੀਲਡ ਦੇ ਵਿੱਚ ਇਹਨਾਂ ਨੇ ਕਾਫੀ ਐਡਲਟਸ ਦੇ ਨਾਲ ਤੇ ਬੱਚਿਆਂ ਦੇ ਨਾਲ ਡੀਲ ਕੀਤਾ ਹੈ। ਸਭ ਤੋਂ ਪਹਿਲੇ ਅਸੀਂ ਐਂਜ਼ਾਇਟੀ ਦੇ ਬਾਰੇ ਇਹਨਾਂ ਕੋਲੋਂ ਜਾਣਾਂਗੇ, ਐਂਜ਼ਾਇਟੀ ਕੀ ਹੁੰਦੀ ਹੈ ਸਪੈਸ਼ਲੀ ਇਨ ਐਡਲਟਸ, ਤੇ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਐਂਜ਼ਾਇਟੀ ਇਨ ਚਿਲਡਰਨ, ਤੇ ਇਹਦੇ ਨਾਲ ਹੋਰ ਨਾਲ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਕਿ ਐਂਜ਼ਾਇਟੀ ਦੇ ਕੋਜ਼ਿਸ ਕੀ ਹੁੰਦੇ ਨੇ, ਕਿਸ ਤਰੀਕੇ ਦੇ ਨਾਲ ਡਾਇਗਨੋਸ ਕੀਤਾ ਜਾਂਦਾ ਹੈ, ਤੇ ਇਹਦੀ ਟ੍ਰੀਟਮੈਂਟ ਕੀ ਹੈਗੀ ਹੈ, ਐਂਡ ਟਿਪਸ ਜੋ ਤੁਸੀਂ ਆਪਣੀ ਫੈਮਲੀਜ਼ ਦੇ ਮੈਂਬਰਸ ਜਿਨ੍ਹਾਂ ਨੂੰ ਐਂਜ਼ਾਇਟੀ ਹੁੰਦੀ ਹੈ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਡੀਲ ਕਰ ਸਕਦੇ ਹੋ, ਕਿਸ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹੋ। ਤੇ ਸਵਾਗਤ ਕਰਦੇ ਹਾਂ ਗੁਰਦਿਆਲ ਦਾ। ਗੁਰਦਿਆਲ ਸਾਡੇ ਕਾਸ਼ੀ ਟੀਵੀ 'ਚ ਆ ਚੁੱਕੇ ਨੇ ਪਹਿਲੇ ਵੀ, ਸੋ ਸਵਾਗਤ ਕਰਦੇ ਹਾਂ ਦੁਬਾਰਾ ਗੁਰਦਿਆਲ ਦਾ। ਸਤਿ ਸ਼੍ਰੀ ਅਕਾਲ ਗੁਰਦਿਆਲ ਜੀ। ਗੁਰਦਿਆਲ ਤੁਸੀਂ ਪਹਿਲੇ ਵੀ ਆਏ ਸੀ ਹੈ ਨਾ, ਪਰ ਕਈ ਜਿਹੜੇ ਵਿਊਅਰਸ ਸਾਡੇ ਤੁਹਾਨੂੰ ਨਹੀਂ ਜਾਣਦੇ ਹੈ ਨਾ, ਇੱਕ ਵਾਰੀ ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਆਪਣਾ ਇੰਟਰੋਡਕਸ਼ਨ ਦੇ ਦਿਓ ਵੀ ਤੁਸੀਂ ਕੀ ਕਰਦੇ ਹੈਗੇ ਹੋ। ਠੀਕ ਹੈ, ਮੈਂ ਕੋਚ ਹੈਗੀ, ਐਮਪਾਵਰਮੈਂਟ ਕੋਚ ਹੈਗੀ ਹਾਂ। ਮੈਂ ਲੇਡੀਜ਼ ਦੀ ਹੈਲਪ ਕਰਦੀ ਹਾਂ, ਕਈ ਵਾਰੀ ਬੰਦਿਆਂ ਦੀ ਵੀ ਹੈਲਪ ਕਰਦੀ ਹਾਂ ਵੀ ਜੇ ਕੋਈ ਪ੍ਰੋਬਲਮ ਹੋਵੇ ਫੈਮਿਲੀ ਦੇ ਵਿੱਚ ਜਾਂ ਨਿਆਣਿਆਂ ਦੇ ਨਾਲ ਜਾਂ ਕੋਈ ਵੀ ਹੋਵੇ, ਮੈਂਟਲ ਹੈਲਥ ਇਸ਼ੂ ਵੀ ਹੋ ਸਕਦਾ ਆ, ਤਾਂ ਉਹਨਾਂ ਦੀ ਮਦਦ ਕਰਦੀ ਹਾਂ ਕੋਚਿੰਗ ਦੇ ਹਿਸਾਬ ਦੇ ਨਾਲ। ਹਾਂਜੀ, ਸੋ ਕੋਚਿੰਗ ਦੇ ਹਿਸਾਬ ਦੇ ਨਾਲ ਗੁਰਦਿਆਲ ਪੂਰੀ ਇੱਕ ਕਿਸਮ ਦਾ ਫੈਮਿਲੀ ਪੈਕੇਜ ਹੈਗਾ ਗੁਰਦਿਆਲ। ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਫੈਮਿਲੀ ਦੇ ਵਿੱਚ, ਐਂਜ਼ਾਇਟੀ ਹੋਏ, ਡਿਪਰੈਸ਼ਨ ਹੋਏ ਜਾਂ ਕੁਝ ਡੀਲਿੰਗ ਕਰਨ ਦੇ ਵਿੱਚ ਪ੍ਰੋਬਲਮ ਹੋ ਰਹੀ ਹੈ, ਤੁਸੀਂ ਇਹਨਾਂ ਦੀ ਐਡਵਾਈਸ ਆਲਵੇਜ਼ ਲੈ ਸਕਦੇ ਹੋ। ਜੇਕਰ ਤੁਹਾਨੂੰ ਇਨਫੋਰਮੇਸ਼ਨ ਜ਼ਿਆਦਾ ਗੁਰਦਿਆਲ ਦੇ ਬਾਰੇ ਚਾਹੀਦੀ ਹੋਏ ਤਾਂ ਸਾਡੇ ਸਟੂਡੀਓ ਦੇ ਨੰਬਰ 'ਤੇ ਕਾਲ ਕਰਕੇ ਗੁਰਦਿਆਲ ਦੀ ਪੂਰੀ ਇਨਫੋਰਮੇਸ਼ਨ ਉਹਨਾਂ ਕੋਲ ਹੁੰਦੀ ਹੈ ਅਤੇ ਤੁਸੀਂ ਇਹਨਾਂ ਦੇ ਨਾਲ ਸਟ੍ਰੇਟ ਵੇ ਗੱਲਬਾਤ ਕਰ ਸਕਦੇ ਹੋ। ਸੋ ਗੁਰਦਿਆਲ ਤੁਹਾਡੇ ਕੋਲੋਂ ਜਾਣਾਂਗੇ, ਤੁਹਾਨੂੰ ਕਾਫੀ ਐਕਸਪੀਰੀਅੰਸ ਰਿਹਾ ਬੱਚਿਆਂ ਦੇ ਨਾਲ ਵੀ ਤੇ ਐਡਲਟਸ ਦੇ ਵਿੱਚ ਵੀ। ਸਭ ਤੋਂ ਪਹਿਲਾਂ ਆਪਾਂ ਆਪਣੇ ਵਿਊਅਰਸ ਨੂੰ ਇਹ ਦੱਸੇ ਵੀ ਐਂਜ਼ਾਇਟੀ ਹੁੰਦੀ ਕੀ ਹੈ। ਸੋ ਕਈ ਵਾਰੀ ਹੁੰਦਾ ਕਿ ਸਾਨੂੰ ਪੈਨਿਕ ਅਟੈਕ ਕਹਿ ਲਓ ਜਾਂ ਇੱਦਾਂ ਦੀ ਚੀਜ਼ਾਂ ਹੁੰਦੀਆਂ ਨੇ, ਸਟਰੈਸ ਹੁੰਦੀ ਹੈ, ਪਰ ਉਹਦੇ ਵਿੱਚ ਤੇ ਜਿਹੜਾ ਹੈਗਾ ਐਂਜ਼ਾਇਟੀ ਦੇ ਵਿੱਚ ਡਿਫਰੈਂਟ ਕੀ ਹੁੰਦਾ, ਅਸੀਂ ਸਭ ਤੋਂ ਪਹਿਲਾਂ ਇਹ ਦੱਸੀਏ ਵੀ ਐਂਜ਼ਾਇਟੀ ਹੈ ਕੀ। ਇੰਨਾ ਹੈਗਾ ਆ ਵੀ ਜਿਹੜੀ ਐਂਗਜ਼ਾਇਟੀ ਹੈ ਉਹ ਹੁੰਦਾ ਹੈ ਫਿਕਰ, ਵੀ ਜਿਹੜਾ ਮੁੜ ਕੇ ਉਹ ਫਿਕਰ ਆ ਹੀ ਜਾਂਦਾ ਹਰੇਕ ਟਾਈਮ, ਉਹ ਤੁਹਾਡੇ ਨਾਲ ਹੀ ਰਹਿੰਦਾ ਆ, ਤੁਸੀਂ ਉਹ ਤੋਂ ਦੂਰ ਨਹੀਂ ਹੋ ਸਕਦੇ। ਪਰ ਜਿਹੜਾ ਸਟਰੈਸ ਹੈ ਉਹ ਟਾਈਮ 'ਤੇ ਹੁੰਦਾ ਆ, ਜਿੱਦਾਂ ਕੋਈ ਜੋਬ ਦਾ ਫਿਕਰ ਹੋ ਗਿਆ ਜਾਂ ਕੋਈ ਐਗਜ਼ਾਮ ਹੋਇਆ ਜਾਂ ਉਹ, ਫਿਰ ਉਹਦੇ ਨਾਲ ਤੁਹਾਡੀ ਸਟਰੈਸ ਵੱਧ ਡਿਪੈਂਡ ਕਰਦਾ ਜਿਹੜਾ ਏਰੀਆ ਹੋਊਗਾ ਜਿੱਦਾਂ ਮਰਜ਼ੀ ਆ। ਪਰ ਜਿਹੜੀ ਐਂਗਜ਼ਾਇਟੀ ਆ ਉਹ ਤੁਹਾਡੇ ਕੋਈ ਵੀ ਗੱਲ ਹੈ ਤੁਸੀਂ ਇੱਦਾਂ ਆਪਣੇ ਤੁਹਾਡੇ ਦਿਮਾਗ 'ਚ ਦਮ ਜਿਹਾ ਰਹਿੰਦਾ ਆ ਵੀ ਇੱਦਾਂ ਨਾ ਹੋ ਜਾਵੇ, ਉਹ ਨਾ ਹੋ ਜਾਵੇ। ਸੋ ਉਹ ਹਰੇਕ ਟਾਈਮ ਤੁਹਾਨੂੰ ਤੁਹਾਡੀ ਬਾਡੀ, ਤੁਹਾਡਾ ਮਾਈਂਡ ਫਿਕਰ 'ਚ ਰਹਿੰਦਾ ਆ। ਸੋ ਕਿਸਮ ਦੀ ਘਬਰਾਹਟ ਜੀ ਰਹਿੰਦੀ ਹੈ ਤੁਹਾਨੂੰ ਰੋਜ਼ੇ ਆਲ ਦ ਟਾਈਮ। ਇਹ ਇੱਦਾਂ ਤੁਸੀਂ ਫਿਰ ਛੱਡ ਨਹੀਂ ਸਕਦੇ, ਤੁਹਾਨੂੰ ਫਿਰ ਨੀਂਦ ਨਹੀਂ ਆਉਂਦੀ। ਜਿੱਦਾਂ ਸਿੰਪਟਮਸ ਉਹਦੇ ਵੀ ਸਟਰੈਸ ਵਰਗੇ ਹੈਗੇ ਆ, ਪਰ ਵਰੀ ਦੇ ਨਾਲ ਇੱਦਾਂ ਆ ਵੀ ਉਹ ਜਿੱਦਾਂ ਤੁਸੀਂ ਜੀ ਨਹੀਂ ਸਕਦੇ, ਜੀਣ ਦਾ ਤੁਹਾਡਾ ਬਹੁਤ ਔਖਾ ਹੋ ਜਾਂਦਾ ਆ। ਡੇ ਟੂ ਡੇ ਤੁਹਾਡੀ ਜਿਹੜੀ ਲਾਈਫ ਆ ਉਹ 'ਤੇ ਬਹੁਤ ਅਸਰ ਪੈ ਜਾਂਦਾ ਆ। ਸੋ ਗੁਰਦਿਆਲ ਤੁਸੀਂ ਕਹੋ ਜਿਹੜੀ ਐਂਜ਼ਾਇਟੀ ਹੁੰਦੀ ਹੈ ਸਾਡੇ ਏਸ਼ੀਅਨ ਕਮਿਊਨਿਟੀ ਦੇ ਵਿੱਚ ਇੰਨੇ ਲੋਕਾਂ ਨੂੰ ਪਤਾ ਨਹੀਂ ਹੈ, ਕਿਉਂਕਿ ਅਸੀਂ ਸੋਚਦੇ ਹਾਂ ਸਿਰਫ ਸਟਰੈਸ ਅਸੀਂ ਵਰਡ ਯੂਜ਼ ਕਰਦੇ ਹਾਂ ਵੀ ਠੀਕ ਨਹੀਂ ਆ ਜਾਂ ਦਿਮਾਗੀ ਤੌਰ 'ਤੇ ਸਾਡੀ ਹਾਲਤ ਠੀਕ ਨਹੀਂ ਹੈ। ਐਂਜ਼ਾਇਟੀ ਦੇ ਬਾਰੇ ਵਰਡ ਜਿਹੜਾ ਐਂਜ਼ਾਇਟੀ ਹੈ ਉਹ ਅਸੀਂ ਬਹੁਤ ਘੱਟ ਯੂਜ਼ ਕਰਦੇ ਹਾਂ ਕਿਉਂਕਿ ਸਾਡੀ ਕਮਿਊਨਿਟੀ 'ਚ ਇਹਦੇ ਬਾਰੇ ਨੌਲੇਜ ਨਹੀਂ ਹੈ। ਤੁਸੀਂ ਕੀ ਕਹੋਗੇ ਵੀ ਕੀ ਕਾਰਨਸ ਨੇ? ਆਪਾਂ ਕਿਉਂਕਿ ਸਟਰੈਸ ਨੂੰ ਹੀ ਐਂਜ਼ਾਇਟੀ ਬਣਾਇਆ ਹੈ, ਆਪਾਂ ਦੱਸਦੇ ਵੀ ਨਹੀਂ ਆ ਵੀ ਐਂਜ਼ਾਇਟੀ ਹੈ। ਇਹ ਕੀ ਰੀਜ਼ਨ ਹੋ ਸਕਦਾ ਵੀ ਐਂਜ਼ਾਇਟੀ ਨਹੀਂ ਮੈਂਸ਼ਨ ਕਰਦੇ ਸੀ ਕਿੰਨੇ ਵੀ ਸਟਰੈਸ ਹੈਗੇ, ਕਿ ਲੋਕੀ ਅੰਡਰਸਟੈਂਡ ਬੈਟਰ ਕਰਦੇ ਇਹਦੇ ਨਾਲ, ਤੁਹਾਨੂੰ ਲੱਗਦਾ? ਪਰ ਜਿਹੜੇ ਅਸੀਂ ਵਰਡ ਨਹੀਂ ਯੂਜ਼ ਕਰਦੇ ਫਿਰ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਇਹਦਾ ਮਤਲਬ ਕੀ ਆ। ਜੇ ਹੁਣ ਅਸੀਂ ਯੂਜ਼ ਕਰਨਾ ਪਈਏ ਵੀ ਐਂਗਜ਼ਾਇਟੀ ਸਟਰੈਸ ਦਾ ਡਿਫਰੈਂਟ ਹੁੰਦਾ ਆ। ਸਟਰੈਸ ਨੂੰ ਸਾਰਿਆਂ ਨੂੰ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਉਹ ਸਟਰੈਸ 'ਚ ਆ, ਹੈ ਨਾ, ਵੀ ਉਹ ਜਿੱਦਾਂ ਗੁੱਸੇ 'ਚ ਆ ਜਾਂ ਕਿਸੇ ਨੂੰ ਪਿਆਰ ਨਾਲ ਬੋਲਣਾ ਨਹੀਂ, ਤੁਹਾਨੂੰ ਸਟ੍ਰੇਟ ਵੇ ਪਤਾ ਲੱਗ ਜਾਂਦਾ ਵੀ ਉਹਦੇ ਮਨ 'ਤੇ ਕੋਈ ਗੱਲ ਆ। ਪਰ ਜਿਹੜਾ ਐਂਗਜ਼ਾਇਟੀ ਹੁੰਦੀ ਆ ਉਹਨੂੰ ਫਿਰ ਜਿੱਦਾਂ ਜੇ ਤੁਸੀਂ ਕਿਸੇ ਦੇ ਘਰ ਗਏ ਤਾਂ ਉਹ ਤੁਹਾਡੇ ਨਾਲ ਆਰਾਮ ਨਾਲ ਬਹਿ ਨਹੀਂ ਸਕਦਾ, ਗੱਲਬਾਤ ਨਹੀਂ ਕਰ ਸਕਦਾ, ਕਰਕੇ ਉਹਨੂੰ ਫਿਕਰ ਆ ਵੀ ਚਾਹ ਟਾਈਮ 'ਤੇ ਪਹੁੰਚਣੀ ਚਾਹੀਦੀ ਆ, ਆਹ ਹੋਣਾ ਚਾਹੀਦਾ, ਉਹ ਫਿਰ ਉਹ ਹੋਰ ਗੱਲ ਆ, ਥੋੜ੍ਹਾ ਜਿਹਾ ਫਰਕ ਆ। ਪਰ ਤੁਸੀਂ ਆਪ ਦੇ ਸਕਦੇ ਆ ਵੀ ਜਦੋਂ ਸਟਰੈਸ ਹੁੰਦਾ ਫਿਰ ਉਹਦੇ 'ਚ
ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਗੁੱਸੇ ਕਾਤੇ ਹਾਂ। ਸੋ ਐਂਗਜ਼ਾਇਟੀ ਦੇ ਨਾਲ ਹੁੰਦਾ ਵੀ ਮੈਨੂੰ ਨੀਂਦ ਨਹੀਂ ਆਉਂਦੀ, ਜਿੱਦਾਂ ਮੈਂ ਆਪਣੀ ਲਾਈਫ ਮੈਂ ਬਾਹਰ ਵੀ ਨਹੀਂ ਜਾ ਸਕਦੀ। ਸੋ ਸਟ੍ਰੈਸ ਡਿਫਰੈਂਟ ਹੁੰਦੀ ਤਾਂ ਐਂਗਜ਼ਾਇਟੀ ਡਿਫਰੈਂਟ ਹੁੰਦੀ ਆ। ਐਂਗਜ਼ਾਇਟੀ ਇਜ਼ ਵਿਦ ਯੂ 올 ਦ ਟਾਈਮ, ਸੋ ਦੈਟਸ ਦ ਬਿਗੇਸਟ ਸਟ੍ਰੈਸ ਸਰਟਨ ਟਾਈਮ ਤੇ ਆਉਂਦੀ ਹੈ ਤੇ ਚਲੀ ਜਾਂਦੀ ਹੈ। ਇਹ ਡਿਫਰੈਂਟ ਬਹੁਤ ਵੱਡਾ ਹੈਗਾ, ਕਿਉਂਕਿ ਐਂਜ਼ਾਇਟੀ ਜਿਹੜੀ ਹੈ ਤੁਸੀਂ ਬਾਹਰ ਜਾਓਗੇ, ਅੰਦਰ ਜਾਓਗੇ, ਉਹ ਤੁਹਾਡੇ ਦਿਮਾਗ ਦੇ ਵਿੱਚ 24 ਘੰਟੇ ਰਹਿਣੀ ਹੈ। ਵੇਅਰਸ ਜਿਹੜਾ ਸਟ੍ਰੈਸ ਹੈ ਉਹ ਕਿਸੇ ਚੀਜ਼ ਦੇ ਨਾਲ ਸਟ੍ਰੈਸ ਕਨੈਕਟਿਡ ਹੁੰਦਾ, ਐਂਜ਼ਾਇਟੀ ਹਮੇਸ਼ਾ ਲਈ ਹੁੰਦੀ ਹੈ। ਸੋ ਇਹ ਦੋ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਅਲੱਗ ਨੇ, ਜਿਨ੍ਹਾਂ ਤੋਂ ਹੈ ਸਾਨੂੰ ਪਤਾ ਲੱਗਦਾ ਵੀ ਕਿਸੇ ਨੂੰ ਸਟ੍ਰੈਸ ਹੈ ਜਾਂ ਐਂਜ਼ਾਇਟੀ ਹੈ। ਤੇ ਗੁਰਦਿਆਲ, ਜਾਣਾਂਗੇ ਵੀ ਕੀ ਨਿਸ਼ਾਨੀਆਂ ਹੋ ਸਕਦੀਆਂ ਅਗਰ ਕਿਸੇ ਨੂੰ ਸਟ੍ਰੈਸ ਤੇ ਨਹੀਂ ਕਹਾਂਗੇ, ਐਂਜ਼ਾਇਟੀ, ਆਮ ਯੂਜ਼ਿੰਗ ਦ ਸੇਮ ਵਰਡ ਨਾ, ਐਂਜ਼ਾਇਟੀ ਜੇਕਰ ਕਿਸੇ ਨੂੰ ਹੈਗੀ ਹੈ। ਸੋ ਜਦੋਂ ਤੁਹਾਡੇ ਦੇਖਣ 'ਚ ਆਉਂਦਾ ਹੈ ਇਸ ਨੂੰ ਐਂਜ਼ਾਇਟੀ ਹੈਗੀ, ਬਿਕੋਜ਼ ਸਟ੍ਰੈਸ ਵਾਲੇ ਵੀ ਤੁਹਾਡੇ ਕੋਲ ਆਉਂਦੇ ਆ, ਐਂਜ਼ਾਇਟੀ ਵਾਲੇ ਵੀ ਆਉਂਦੇ ਆ, ਐਂਡ ਦੇਰ ਇਜ਼ ਡਿਫਰੈਂਟ ਡਿਸਆਰਡਰਸ ਜਿਹੜੇ ਤੁਹਾਨੂੰ ਆਉਂਦੇ ਆ। ਤੇ ਫਸਟ ਸਾਈਨ ਤੁਸੀਂ ਕਿਹੜੇ ਦੇਖਦੇ ਹੋ ਵੀ ਇਸ ਇਨਸਾਨ ਨੂੰ ਐਂਜ਼ਾਇਟੀ ਹੈਗੀ ਆ? ਕਿ ਮਤਲਬ ਜੇ ਹੁਣ ਅਸੀਂ ਪੈਂਡੈਮਿਕ ਲੈ ਲਈਏ, ਹੈ ਨਾ, ਕਈ ਵਾਰੀ ਜਿਹੜੇ ਹੁਣ ਹਰੇਕ ਨੂੰ ਫਿਕਰ ਹੋਊਗਾ ਵੀ ਹਾਂ ਵੀ ਸਾਨੂੰ, ਅਸੀਂ ਬਾਹਰ ਜਾਣਾ ਵੀ ਸਾਨੂੰ ਕੋਵਿਡ ਨਾ ਹੋ ਜਾਵੇ, ਪਰ ਜਿਨ੍ਹਾਂ ਨੂੰ ਐਂਗਜ਼ਾਇਟੀ ਆ ਉਹਨਾਂ ਨੂੰ ਇੱਦਾਂ ਹੋਣਾ ਵੀ ਮੈਨੂੰ ਹੋਣੀ ਆ, ਵੀ ਮੈਂ ਬਾਹਰ ਨਹੀਂ ਜਾ ਸਕਦੀ, ਮੈਂ ਮਾਸਕ ਤੋਂ ਨਹੀਂ ਬਗੈਰ ਜਾ ਸਕਦੀ। ਉਹਨਾਂ ਦੀ ਫਿਰ ਐਂਗਜ਼ਾਇਟੀ ਉਹਨਾਂ ਨੂੰ ਸਟਾਪ ਕਰ ਦਿੰਦੀ ਆਪਣੀ ਲਾਈਫ ਜੀਣ ਤੋਂ। ਤਾਂ ਜਿਹੜੇ ਸੋ ਹੌਲੀ ਤੁਹਾਨੂੰ ਉਹਨਾਂ ਨੂੰ ਹੈਲਪ ਕਰਨੀ ਪੈਣੀ ਆ ਬਾਹਰ ਆਉਣ ਨੂੰ, ਕਿਤੇ ਮਿਲਣ ਨੂੰ। ਸੋ ਦੇ ਹੈਵ ਟੂ ਡੂ ਥਿੰਗਸ ਸਟੈਪ ਬਾਈ ਸਟੈਪ ਵਿਚ ਟੇਕਸ ਟਾਈਮ। ਪਰ ਜਿਹਨਾਂ ਨੂੰ ਸਟ੍ਰੈਸ ਆ ਉਹਨੂੰ ਹੁੰਦਾ ਆ ਵੀ ਫਿਕਰ ਹੈਗਾ ਹੈ ਮੇਰੇ ਕੋਲ, ਪਰ ਫਿਰ ਵੀ ਮੈਂ ਆਪਣੀ ਲਾਈਫ ਜੀਣੀ ਆ ਜਿੱਦਾਂ ਮਰਜ਼ੀ ਆ। ਤਾਂ ਫਿਰ ਜਿਹੜੀ ਐਂਗਜ਼ਾਇਟੀ ਹੁੰਦੀ ਆ, ਫਿਰ ਤੁਹਾਨੂੰ ਘਬਰਾਈ ਆਉਣ ਲੱਗ ਪੈਂਦੀ ਆ, ਤੁਸੀਂ ਪੈਨਿਕ ਹੋ ਜਾਂਦੇ ਆ, ਯੂ ਸਟਾਰਟ ਸਵੈਟਿੰਗ, ਤਾਂ ਤੁਹਾਡਾ ਢਿੱਡ ਦੁਖਣ ਲੱਗ ਪੈਂਦਾ ਆ, ਤੁਸੀਂ ਟੋਇਲਟਾਂ ਜਾਣ ਲੱਗ ਪੈਂਦੇ ਆ, all these things ਤੁਹਾਡੀ ਬੋਡੀ 'ਤੇ ਇਫੈਕਟ ਕਰਨ ਲੱਗ ਪੈਂਦੇ ਆ। ਤੁਹਾਡਾ ਭਾਰ ਘੱਟ ਜਾਂਦਾ, ਬਿਕਾਜ਼ ਇਟਸ ਅ ਕੌਨਸਟੈਂਟ ਵਰੀ। ਤੁਹਾਨੂੰ ਹੁੰਦਾ ਵੀ ਕੁਛ ਹੋ ਜਾਣਾ ਆ, ਵੀ ਮੈਨੂੰ ਕੁਛ ਹੋ ਜਾਣਾ, ਜਾਂ ਮੇਰੇ ਨਿਆਣਿਆਂ ਨੂੰ ਹੋ ਜਾਣਾ, ਜਾਂ ਮੇਰੀ ਫੈਮਿਲੀ ਨੂੰ ਹੋ ਜਾਣਾ ਆ। ਸੋ ਐਂਗਜ਼ਾਇਟੀ ਬਹੁਤ ਡਿਫਰੈਂਟ ਤਰ੍ਹਾਂ ਦੀਆਂ ਆ। ਜਿੱਦਾਂ ਕਈਆਂ ਨੂੰ ਸੋਸ਼ਲ ਐਂਗਜ਼ਾਇਟੀ ਹੁੰਦੀ ਆ ਕਿ ਨਿਆਣਿਆਂ ਨੂੰ ਤੁਸੀਂ ਲੈ ਲਓ, ਨਿਆਣੇ ਨਹੀਂ ਲਾਈਕ ਕਰਦੇ ਬਹੁਤ ਜਿੱਥੇ ਲੋਕ ਹੋਣ, ਕਈ ਵਾਰੀ ਉਹਨਾਂ ਨੂੰ ਹੁੰਦਾ ਵੀ ਅਸੀਂ ਆਪਣੀ ਫੈਮਿਲੀ ਨਾਲ ਰਹੀਏ ਪਰ ਅਸੀਂ ਨਵੇਂ ਲੋਕਾਂ ਨੂੰ ਨਹੀਂ ਮਿਲਣਾ। ਸੋ ਉਹ ਸੋਸ਼ਲ ਐਂਗਜ਼ਾਇਟੀ ਹੋ ਜਾਂਦੀ ਹੈ। ਕਈ ਵਾਰੀ ਐਗੋਰਾਫੋਬੀਆ ਹੋਰ ਐਂਗਜ਼ਾਇਟੀ ਹੈਗੀ, ਜਿੱਥੇ ਤੁਸੀਂ ਆਪਣੇ ਘਰੋਂ ਬਾਹਰ ਹੀ ਨਹੀਂ ਜਾ ਸਕਦੇ, ਤਾਂ ਫਿਰ ਤੁਹਾਨੂੰ ਕਿਸੇ ਨੂੰ ਦਵਾਈ ਦੇਣੀ ਪੈਣੀ ਆ, ਤੁਸੀਂ ਥੈਰੇਪੀ ਵੀ ਲੈ ਸਕਦੇ ਆ। ਸੋ ਇਟਸ ਅ ਸਲੋ ਪ੍ਰੋਸੈਸ। ਇੱਥੋਂ ਬੱਸ ਸਟਾਪ ਤੱਕ ਜਾਣ ਨੂੰ ਬਹੁਤ ਐਫਰਟ ਲੱਗਦੀ ਆ। ਸੋ ਇਟਸ ਕੰਪਲੀਟਲੀ ਡਿਫਰੈਂਟ। ਸੋ ਹਰੇਕ ਲਈ ਡਿਫਰੈਂਟ ਹੈਗਾ, ਇਹਦੇ ਸਿੰਪਟਮਸ ਅਲੱਗ ਸਕਦੇ, ਸੇਮ ਹੋ ਸਕਦੇ ਆ, ਕਈਆਂ ਨੂੰ ਥੋੜ੍ਹੇ ਹੋ ਸਕਦੇ, ਕਈਆਂ ਨੂੰ ਜ਼ਿਆਦਾ। ਐਂਗਜ਼ਾਇਟੀ ਵਧੀਆ ਚੀਜ਼ ਹੈ ਉਹਦਾ ਸਾਡੇ ਲਈ, ਕਰਕੇ ਸਾਨੂੰ ਚਾਹੀਦਾ ਆ ਵੀ ਜਦੋਂ ਲਾਈਕ ਥਾਊਜ਼ੈਂਡਸ ਐਂਡ ਥਾਊਜ਼ੈਂਡ ਮਿਲੀਅਨਸ ਆਫ ਈਅਰਸ ਅਗੋ ਹੁੰਦਾ ਸੀਗਾ ਵੀ ਜੇ ਕਿਤੇ ਕੋਈ ਸ਼ੇਰ ਆ, ਤੁਹਾਡੀ ਬੋਡੀ ਰੈਡੀ ਹੁੰਦੀ ਆ ਕਿ ਅਸੀਂ ਵੀ ਉਹ ਤੋਂ ਦੌੜਨਾ ਹੈ ਅਸੀਂ। ਸੋ ਤੁਹਾਡਾ ਮਨ, ਤੁਹਾਡੀ ਬੋਡੀ ਫਿਜ਼ੀਕਲੀ ਤੁਸੀਂ ਰੈਡੀ ਹੁੰਦੇ ਆ ਦੌੜਨ ਨੂੰ। ਪਰ ਐਂਗਜ਼ਾਇਟੀ ਦੇ ਨਾਲ ਹੁੰਦਾ ਵੀ ਫਿਕਰ ਹਰੇਕ ਚੀਜ਼ ਤੋਂ ਆ, ਪਰ ਉਹ ਹੋਣੀ ਨਾ ਹੋਣੀ ਹੋਊਗੀ, ਪਰ ਤੁਸੀਂ ਫਿਕਰ ਕਰਨਾ ਹੀ ਕਰਨਾ ਉਹਦੇ ਬਾਰੇ। That's the difference. ਕਿ ਨੈਗੇਟਿਵ ਤੁਸੀਂ ਜ਼ਿਆਦਾ ਸੋਚਦੇ ਹੋ, ਇਹਦਾ ਮਤਲਬ ਇਹ ਹੁੰਦਾ? ਐਂਗਜ਼ਾਇਟੀ ਹੁੰਦੀ ਹੈ ਕਿ ਤੁਹਾਡੇ ਮਨ 'ਤੇ ਹੈ ਨਾ ਸਾਰੀਆਂ ਗੱਲਾਂ ਨੈਗੇਟਿਵ ਜ਼ਿਆਦੀਆਂ ਹੁੰਦੀਆਂ ਆ। ਸੋ that is the dominant thought. ਸੋ ਜਿਹੜੀਆਂ ਵਧੀਆ ਚੀਜ਼ਾਂ ਵੀ ਤੁਹਾਡੀ ਲਾਈਫ 'ਚ ਹੋਊਗੀਆਂ ਉਹਨੂੰ ਤੁਸੀਂ ਰੈਕਗਨਾਈਜ਼ ਨਹੀਂ ਕਰਦੇ, ਉਸ ਗੱਲਾਂ ਨੂੰ ਤੁਸੀਂ ਪਛਾਣਦੇ ਨਹੀਂ ਹੈਗੇ। ਪਰ ਜਿਹੜੀਆਂ ਨੈਗੇਟਿਵ ਆ ਵੀ ਹਾਂ ਵੀ ਇੱਦਾਂ ਹੋ ਜਾਣਾ ਹੈ, ਜੇ ਮੈਂ ਬਾਹਰ ਗਈ ਤਾਂ ਬੱਸ ਦੇ ਹੇਠਾਂ ਮੈਂ ਆ ਸਕਦੀ ਹਾਂ, ਜਾਂ ਮੈਂ ਜਹਾਜ਼ 'ਚ ਚੜ੍ਹੀ ਤਾਂ ਜਹਾਜ਼ it's going to crash. So these kind of anxious worries all the time. ਕਾਫੀ ਚੀਜ਼ਾਂ ਤੋਂ ਐਂਜ਼ਾਇਟੀ ਕ੍ਰੀਏਟ ਹੋ ਜਾਂਦੀ ਹੈ ਉਹਨਾਂ ਦੀ। ਜ਼ਰੂਰੀ ਜਿੱਦਾਂ ਤੁਸੀਂ ਦੱਸਿਆ ਵੀ ਸੋਸ਼ਲ, ਜਦੋਂ ਕਿਸੇ ਨਾਲ ਮਿਲਦੇ ਜੁਲਦੇ ਵੀ ਹੈ ਤੇ ਕੋਈ ਉਹਨਾਂ ਦੇ ਨਾਲ ਇੱਦਾਂ ਹਾਦਸਾ ਹੋ ਜਾਂਦਾ ਜਿਹਦੇ ਕਰਕੇ ਐਂਜ਼ਾਇਟੀ ਹੁੰਦੀ ਹੈ, ਕਿ ਇਹ ਆਪਣੇ ਆਪ ਸ਼ੁਰੂ ਕਿੱਦਾਂ ਹੁੰਦੀ ਹੈ ਐਂਜ਼ਾਇਟੀ? ਇਹ ਹੁੰਦੀ ਹੈਗੀ ਟਰੋਮਾ ਦੇ ਨਾਲ। ਟਰੋਮਾ ਦੇ ਹਾਂ, ਕੋਈ ਜਿੱਦਾਂ
ਚੀਜ਼ਾਂ ਹੋ ਸਕਦੀਆਂ ਕਈ ਵਾਰੀ ਤੁਹਾਡੇ ਦਿਮਾਗ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ that's historical genetic ਤੁਹਾਡੇ ਮਾਂ ਪਿਓ ਤੋਂ ਜਾਂ ਗਾਂ ਪਿੱਛੇ ਫੈਮਿਲੀ ਤੋਂ ਜਾਂ ਹੋ ਸਕਦਾ ਹੈ ਤੁਸੀਂ ਕੁਝ ਦੇਖਿਆ ਆ ਤੇ ਜਿਹਦੇ ਨਾਲ ਜਿੱਦਾਂ ਹੁਣ ਪੈਂਡੈਮਿਕ ਤੁਸੀਂ ਲਾ ਲਓ ਸਭ ਤੋਂ ਵੱਡੀ ਚੀਜ਼ ਜਿਹੜੀ ਸਾਰੀ ਦੁਨੀਆ ਨੂੰ ਹੋਈ ਆ ਸੋ ਐਂਗਜ਼ਾਇਟੀ ਉਹ ਤੋਂ ਇੱਕਦਮ ਵੱਧ ਗਈ ਆ ਕਰਕੇ ਲੋਕ ਮਾਸਕ ਤੋਂ ਬਗੈਰ ਜਾਂ ਪਾਉਂਦੇ ਜਾਂ ਹੱਥ ਧੋਂਦੇ ਰਹਿੰਦੇ ਆ ਸੋ ਉਹਦੇ ਨਾਲ ਐਂਗਜ਼ਾਇਟੀ ਵਧੀ ਆ ਇਹਦੇ ਵਿੱਚ ਇਹ ਵੀ ਹੈ ਨਾ ਗੁਰਦਿਆਲ ਕਿ ਜਦੋਂ ਕਈਆਂ ਨੂੰ ਮੈਂਟਲ ਹੈਲਥ ਆਲਰੇਡੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਵਿੱਚ ਐਂਗਜ਼ਾਇਟੀ ਹੋਰ ਵੱਧ ਜਾਂਦੀ ਹੈ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਈ ਵਾਰੀ ਇਦਾਂ ਹੁੰਦੀ ਹੈ ਜਿਹੜੇ ਲੋਕਾਂ ਨੂੰ ਡਿਪਰੈਸ਼ਨ ਆ ਹਾਂਜੀ ਤਾਂ ਉਹਨਾਂ ਨੂੰ ਫਿਰ ਐਂਗਜ਼ਾਇਟੀ ਵੀ ਨਾਲ ਹੀ ਹੋ ਜਾਂਦੀ ਆ ਪਰ ਡਿਪਰੈਸ਼ਨ ਦੇ ਟੈਬਲੇਟ ਵੀ ਉਹਨਾਂ ਦਾ ਸਾਈਡ ਇਫੈਕਟ ਵੀ ਹੁੰਦਾ ਹੈਗਾ ਆ ਸੋ ਇਟਸ ਅ ਕੰਬੀਨੇਸ਼ਨ ਆਫ ਥਿੰਗਸ ਵੀ ਜਿਹਨਾਂ ਹੋ ਸਕਦਾ ਹੈ ਕਈ ਵਾਰੀ ਸਾਨੂੰ ਪਤਾ ਨਹੀਂ ਹੈਗਾ ਵੀ ਮੈਨੂੰ ਐਂਗਜ਼ਾਇਟੀ ਆ ਪਰ ਦੇਖਣ ਨੂੰ ਇਦਾਂ ਹੁੰਦਾ ਵੀ ਜੇ ਤੁਹਾਨੂੰ ਪਤਾ ਵੀ ਤੁਹਾਡੇ ਘਰ ਕਿਸੇ ਨੇ ਆਉਣਾ ਆ ਜਿਹਦੇ ਨਾਲ ਤੁਸੀਂ ਨਹੀਂ ਖੁਸ਼ ਹੈਗੇ ਉਹਨਾਂ ਨੂੰ ਮਿਲਣ ਨੂੰ ਤਾਂ ਫਿਰ ਤੁਸੀਂ ਘਬਰਾਉਣ ਲੱਗ ਪੈਂਦੇ ਆ ਹਾਂ ਜਿੱਦਾਂ ਹਾਰਟ ਬੀਟ ਤੁਹਾਡੀ ਤੇਜ਼ ਹੋ ਜਾਂਦੀ ਹੈ ਮੂੰਹ ਤੇ ਸਵੈਟਿੰਗ ਆਣੀ ਚਾਲੂ ਹੋ ਜਾਂਦੀ ਹੈ ਜਾਂ ਤੁਸੀਂ ਅਪਸਟੇਅਰਸ ਥੱਲੇ ਉੱਤੇ ਇੱਧਰ ਉੱਧਰ ਜਾਣਾ ਚਾਲੂ ਹੈ ਟਰਾਈ ਟੂ ਅਵੋਇਡ ਆਪਣੀ ਘਰ ਜ਼ਿਆਦਾ ਸਫਾਈ ਕਰਦੇ ਵੀ ਪਤਾ ਨਹੀਂ ਕੋਈ ਕੁਝ ਗਲਤ ਨਾ ਮੈਨੂੰ ਕਹਿ ਦੇਵੇ ਸੋ ਇਟਸ ਸਮਥਿੰਗ ਦੈਟਸ ਤੁਹਾਡੇ ਮਨ ਦੇ ਵਿੱਚ ਗੱਲ ਆ ਸੋ ਉਹ ਵੱਧਦੀ ਰਹਿੰਦੀ ਹੈ ਤਾਂ ਤੁਸੀਂ ਫਿਰ ਜਦੋਂ ਉਹ ਪ੍ਰਾਹੁਣਾ ਆਉਂਦਾ ਤੁਹਾਡੇ ਕੋਲ ਤੁਸੀਂ ਇੰਜੋਏ ਨਹੀਂ ਕਰਦੇ ਕਰਕੇ ਤੁਹਾਡਾ ਮਨ ਹੋਰ ਕਿਤੇ ਆ ਵੀ ਤੁਸੀਂ ਫਿਕਰ ਕਰਦੇ ਵੀ ਕੁਝ ਗਲਤ ਨਾ ਹੋਵੇ ਕੁਝ ਗਲਤ ਕਹਿ ਨਾ ਹੋ ਜਾਵੇ ਸੋ ਇਟਸ ਅ ਡਿਫਰੈਂਟ ਕਾਈਂਡ ਆਫ ਵਰੀ ਉਹ ਤੇ ਗੁਰਦਿਆਲ ਠੀਕ ਹੈ ਵੀ ਜਦੋਂ ਕਿਸੇ ਨੇ ਆਣਾ ਹੋਏ ਹਨਾ ਤੇ ਥੋੜੀ ਬਹੁਤ ਸਾਨੂੰ ਸਾਰਿਆਂ ਨੂੰ ਹੁੰਦੀ ਹੈ ਤੇ ਸਾਨੂੰ ਹੈਲਪ ਕਦੋਂ ਲੈਣੀ ਚਾਹੀਦੀ ਹੈ ਐਂਜ਼ਾਇਟੀ ਦੇ ਬਾਰੇ ਚਲੋ ਥੋੜੀ ਬਹੁਤ ਜਿਹੜੀ ਐਂਜ਼ਾਇਟੀ ਵੀ ਕੈਨ ਕੋਪ ਵਿਦ ਬਟ ਇੱਕ ਇਹੋ ਜਿਹੀ ਐਂਜ਼ਾਇਟੀ ਜਿਹਦੇ ਅਸੀਂ ਬਾਰੇ ਗੱਲ ਕਰ ਰਹੇ ਹਾਂ ਕਿ 24 ਆਵਰ ਤੁਹਾਡੇ ਨਾਲ ਜਿਹੜੀ ਰਹਿੰਦੀ ਹੈ ਉਹਦੀ ਫਿਰ ਸਾਨੂੰ ਮਦਦ ਕਦੋਂ ਸਾਨੂੰ ਚਾਹੀਦਾ ਵੀ ਅਸੀਂ ਡਾਕਟਰ ਦੇ ਕੋਲ ਸਲਾਹ ਲਈਏ ਜਾਂ ਪ੍ਰੋਫੈਸ਼ਨਲ ਹੈਲਪ ਸਾਨੂੰ ਲੈਣੀ ਚਾਹੀਦੀ ਹੈ ਅਗਰ ਸਾਡੇ ਵਿਊਅਰਸ ਜਿਹੜੇ ਦੇਖ ਰਹੇ ਨੇ ਉਹਨਾਂ ਦੀ ਫੈਮਿਲੀ ਦੇ ਵਿੱਚ ਕਿਸੇ ਨੂੰ ਇੱਦਾਂ ਹੈ ਜਾਂ ਫਿਰ ਉਹਨਾਂ ਨੂੰ ਆਪ ਇਹੋ ਜਿਹੇ ਸਾਈਨਸ ਆ ਰਹੇ ਨੇ ਕਿ 24 ਐਂਜ਼ਾਇਟੀ ਹੈ ਤੇ ਕਿਸ ਤਰੀਕੇ ਦੇ ਨਾਲ ਉਹ ਡਾਕਟਰਸ ਕੋਲੋਂ ਹੈਲਪ ਲੈਣ ਜੇ ਤੁਹਾਨੂੰ ਪਤਾ ਹੈ ਵੀ ਹੁਣ ਮੈਨੂੰ ਨੀਂਦ ਨਹੀਂ ਆਉਂਦੀ ਮੇਰੀ ਖੁਰਾਕ ਘਟਿਓ ਆ ਮੇਰੇ ਕੋਈ ਜਿਹੜੇ ਵੀ ਤੁਹਾਡੇ ਮਨ 'ਚ ਗੱਲ ਆ ਵੀ ਉਹਦੇ ਬਾਰੇ ਤੁਸੀਂ ਹੁਣ ਰੋਜ਼ ਹੀ ਸੋਚਣ ਲੱਗ ਪਏ ਆ ਫਿਰ ਤੁਹਾਡੀ ਜਿੱਦਾਂ ਹੁਣ ਜੇ ਬਾਹਰ ਜਾਣਾ ਹੋਵੇ ਵੀ ਹੁਣ ਤੁਸੀਂ ਆਪਣੇ ਆਪ ਨੂੰ ਸਟਾਪ ਕਰਦੇ ਆ ਵੀ ਹਾਂ ਵੀ ਮੈਂ ਨਾ ਹੀ ਜਾਵਾਂ ਬਾਹਰ ਹੈ ਨਾ ਕਰਕੇ ਮੇਰੇ ਮਨ 'ਚ ਫਿਕਰ ਇੰਨਾ ਜ਼ਿਆਦਾ ਆ ਜਾਂ ਫਿਰ ਤੁਸੀਂ ਤੁਹਾਡੇ ਦਿਲ ਵੀ ਧੜਕਣ ਲੱਗ ਪੈਂਦਾ ਜ਼ਿਆਦਾ ਤਾਂ ਤੁਹਾਨੂੰ ਸਵੈਟ ਆ ਜਾਂਦੀ ਆ ਬਹੁਤ ਸਾਰੀਆਂ ਚੀਜ਼ਾਂ ਤਾਂ ਤੁਸੀਂ ਕਮਜ਼ੋਰ ਫੀਲ ਕਰਦੇ ਆ ਤੁਹਾਡਾ ਮਨ ਵੀ ਕਮਜ਼ੋਰ ਹੈ ਤਾਂ ਜਿਹੜੀਆਂ ਤੁਸੀਂ ਪਹਿਲਾਂ ਨੋਰਮਲੀ ਕਰਦੇ ਹੁੰਦੇ ਸੀ ਤੁਹਾਡੀ ਲਾਈਫ ਨੋਰਮਲੀ ਤੁਸੀਂ ਐਵੇਂ ਹੀ ਚੱਲ ਜਾਂਦੇ ਸੀਗੇ ਜਦੋਂ ਤੁਸੀਂ ਚੇਂਜ ਹੋਣ ਲੱਗ ਪੈਂਦੇ ਆ ਤੁਹਾਨੂੰ ਨੋਟਿਸ ਹੁੰਦਾ ਵੀ ਨੋਰਮਲੀ ਤਾਂ ਮੈਂ ਇੱਦਾਂ ਕਰਦੀ ਨਹੀਂ ਜਾਂ ਮੈਂ ਕਰਦੀ ਨਹੀਂ that is the time soon as you realize ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡੇ ਲਾਈਫ 'ਤੇ ਅਸਰ ਪੈਣ ਲੱਗ ਪਿਆ ਹੈ ਨਾ ਤਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ all these things collectively ਤੁਹਾਨੂੰ ਉਸ ਵੇਲੇ ਜਾਣਾ ਚਾਹੀਦਾ ਡਾਕਟਰ ਦੇ ਗੁਰਦਿਆਲ ਕਈ ਵਾਰੀ ਇਹ ਹੁੰਦਾ ਜਦੋਂ ਜਿਨ੍ਹਾਂ ਨੂੰ ਐਂਜ਼ਾਇਟੀ ਹੁੰਦੀ ਆ ਹਨਾ ਸੁਸਾਈਡ ਥੋਟਸ ਵੀ ਆਉਂਦੇ ਨੇ ਜਾਂ ਫਿਰ ਉਹ ਸੈਲਫ ਹਾਰਮ ਵੀ ਕਰਦੇ ਆ ਇਹ ਵੀ ਇੱਕ ਸਾਈਨ ਹੁੰਦਾ ਕਿ ਤੁਹਾਡੀ ਐਂਜ਼ਾਇਟੀ ਵੱਧ ਚੁੱਕੀ ਹੈ ਯੂ ਨੀਡ ਟੂ ਸੀਕ ਅ ਹੈਲਪ ਇਜ਼ ਵੈਲ ਸੋ ਅਗਰ ਕਿਸੇ ਨੂੰ ਇੱਦਾਂ ਦਾ ਹੁੰਦਾ ਵੀ ਹੁਣ ਸਾਨੂੰ ਜਿਹੜੀ ਸਿਚੁਏਸ਼ਨ 'ਚ ਅਸੀਂ ਹੈਗੇ ਆ ਉਹ ਖਰਾਬ ਹੀ ਹੋਈ ਜਾ ਰਹੀ ਹੈ ਉਹ ਬੈਟਰ ਨਹੀਂ ਹੋਣੀ ਇਹ ਵੀ ਇੱਕ ਪੁਆਇੰਟ ਹੈ ਕਿ ਜਦੋਂ ਸਾਨੂੰ ਸਾਡੇ GP ਕੋਲ ਜਾਣਾ ਚਾਹੀਦਾ ਹੈਗਾ ਮਦਦ ਲਈ ਕਿਉਂਕਿ ਅਸੀਂ ਦੇਖ ਨਹੀਂ ਰਹੇ ਕਿ ਠੀਕ ਹੋਣਾ ਸੋ देयर इज़ नो होप फॉर द फ्यूचर ਜਦੋਂ ਸਾਨੂੰ ਲੱਗਦਾ ਇਹ ਇੱਕ ਟਾਈਮ ਹੈਗਾ ਕਿ ਸਾਨੂੰ ਆਪਣੇ ਡਾਕਟਰ ਦੀ ਮਦਦ ਪ੍ਰੋਫੈਸ਼ਨਲ ਦੀ ਮਦਦ ਦੀ ਲੋੜ ਹੈਗੀ ਹੈ ਐਂਡ देयर इज़ अ हेल्प अवेलेबल there's lots of charities ਹੈਗੀਆਂ ਆ ਤਾਂ ਇੱਕ ਤਾਂ ਹੈਗੀ ਆ ਮਾਈਂਡ ਇੱਕ ਹੈਗੀ ਆ ਐਂਗਜ਼ਾਇਟੀ ਯੂਥ UK ਰੀਥਿੰਕ ਮੈਂਟਲ ਇਲਨੈਸ ਸਮਾਰਟਨਸ ਜੇ ਤੁਸੀਂ ਰਿਸਰਚ ਕਰੋਗੇ ਗੂਗਲ 'ਤੇ ਬਹੁਤ ਜ਼ਿਆਦੀਆਂ ਚੈਰਿਟੀਆਂ ਹੈਗੀਆਂ ਆ ਤਾਂ NHS ਵੈਬਸਾਈਟ 'ਤੇ ਤੁਸੀਂ ਜਾਵੋ ਉੱਥੇ ਵੀ ਰਿਕਾਰਡਿੰਗ ਹੈਗੀਆਂ ਆ ਜਿਹਦੇ ਨਾਲ ਤੁਸੀਂ ਸੁਣ ਸਕਦੇ ਆ ਤਾਂ ਹੈਲਪ ਕਰ ਸਕਦੇ ਆ ਪਰ ਕਈ ਵਾਰੀ ਇੱਦਾਂ ਹੁੰਦਾ ਵੀ ਤੁਸੀਂ ਆਪਣੇ ਆਪ ਨੂੰ ਵੀ ਤੁਸੀਂ ਟਰਾਈ ਕਰ ਸਕਦੇ ਹੈਲਪ ਕਰਨ ਨੂੰ ਸੋ ਬਰੀਦਿੰਗ ਐਕਸਰਸਾਈਜ਼ ਵਗੈਰਾ ਜਾਂ ਸਰਟਨ ਐਕਟੀਵਿਟੀਜ਼ ਜੋ ਕਿ NHS ਦੀ ਵੈਬਸਾਈਟ ਤੇ ਆਲਵੇਸ ਦੇਰ ਪਰ ਕਈਆਂ ਨੂੰ ਪੰਜਾਬੀ ਦੀ ਪ੍ਰੋਬਲਮ ਹੋ ਜਾਂਦੀ ਹੈ ਕਿ ਦੇ ਆਰ ਨਾਟ ਏਬਲ ਟੂ ਡੂ ਇਟ ਪਰ ਉਹਨਾਂ ਦੇ ਲਈ ਵੀ ਟਰਾਂਸਲੇਟਰ ਹੁੰਦੇ ਨੇ ਜਾਂ ਫਿਰ ਉਹ ਆ ਕੇ ਮਦਦ ਕਰ ਸਕਦੇ ਆ ਤੁਹਾਡੇ ਅਗਰ GP ਰਿਫਰਰ ਕਰਦੇ ਆ then they can have the translator as well so ਜਦੋਂ ਆਪਾਂ GP ਕੋਲ ਗੁਰਦਿਆਲ ਅਪਾਇੰਟਮੈਂਟ ਬਣਾਉਂਦੇ ਆ ਤੇ ਉਹਦੇ ਵਿੱਚ GP ਕਿਹੜੇ ਕੁਐਸਚਨ ਪੁੱਛਦਾ ਹੈਗਾ ਕਿ ਐਂਜ਼ਾਇਟੀ ਦੇ ਬਾਰੇ ਕਿ ਉਹਨੂੰ ਪਤਾ ਕਰਨ ਵਾਸਤੇ ਕਿ ਇਹਨੂੰ ਸਟ੍ਰੈਸ ਹੈ ਜਾਂ ਐਂਜ਼ਾਇਟੀ ਹੈ ਕਿਸ ਤਰੀਕੇ ਦੇ ਸਵਾਲ GP
ਪੇਸ਼ੈਂਟ ਕੋਲੋਂ ਪੁੱਛਦਾ? ਉਹਨਾਂ ਨੇ ਇੱਕ ਉਹ ਫਿਰ ਲਿਸਟ ਹੈਗੀ ਹੈ ਤਾਂ ਜਿਹਦੇ ਨਾਲ ਉਹ ਸਾਰੇ ਕੁਐਸਚਨ ਪੁੱਛ ਕੇ ਉਹਨਾਂ ਨੂੰ ਫਿਰ ਪਤਾ ਆ ਜਾਂ ਇੱਕ ਹੈ ਜਾਂ ਦੂਜਾ ਆ। ਸੋ ਆਈ ਮੀਨ I don't have that list. So you don't have, but ਉਹਨਾਂ ਦੇ they score have a ਹੁੰਦੇ ਆ, way ਜਿਹਦਾ of scores, recognizing which one it is ਕਰਕੇ stress ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਬਿਲ ਇੱਕ ਵੇਲੇ ਹੁੰਦਾ ਆ। You know ਤੁਹਾਡੇ ਤੇ ਪ੍ਰੈਸ਼ਰ ਜਦੋਂ ਕਿਸੇ ਗੱਲ ਦਾ ਜ਼ਿਆਦਾ ਪੈਂਦਾ ਆ, so that's like stress। ਪਰ ਜਿਹੜੀ anxiety ਉਹ ਤੁਹਾਡੇ ਨਾਲ ਹਮੇਸ਼ਾ ਆ, ਜੋ ਕੁਛ ਮਰਜ਼ੀ ਹੋਈ ਜਾਵੇ it's with you all the time। ਸੋ ਜੇਕਰ ਆਈ ਥਿੰਕ ਮੇਨਲੀ ਹੈਗਾ ਕਿ ਜੇਕਰ 6 ਮਹੀਨੇ ਤੋਂ ਉੱਤੇ ਤੁਹਾਨੂੰ ਲੱਗਦਾ ਹੈ ਨਾ ਕਿ ਵੀ ਮੈਂ ਸੇਮ ਸਿਚੁਏਸ਼ਨ ਜਾਂ ਮੇਰੀ ਸਿਚੁਏਸ਼ਨ ਚੇਂਜ ਨਹੀਂ ਹੋ ਰਹੀ, 6 ਮੰਥਸ ਹੋ ਗਏ, ਡੈਫੀਨੇਟਲੀ ਯੂ ਨੀਡ ਟੂ ਗੈਟ ਹੈਲਪ ਫਰਮ ਯੋਰ GP ਐਂਡ ਦੈਟਸ ਵੈਰੀ ਬਿਗ ਸਾਈਨ ਕਿ ਗਾਂ ਕੋਈ ਮੁਸ਼ਕਲ ਤੁਹਾਨੂੰ ਨਾ ਪੈਦਾ ਹੋਏ। ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ GP ਨੂੰ ਪਹਿਲੇ ਹੀ ਮਿਲੋ ਐਂਡ ਉਹਦੇ ਵਿੱਚ ਕਾਫੀ ਥੈਰੇਪੀਜ਼ ਜਿਹੜੀਆਂ ਹੈਗੀਆਂ, ਸਭ ਤੋਂ ਵੱਡੀ ਜਿਹੜੀ ਥੈਰੇਪੀ ਹੈ ਟੋਕ ਥੈਰੇਪੀ ਜਿਹੜੀ ਅਸੀਂ ਕਰ ਰਹੇ ਹਾਂ ਇਸ ਟਾਈਮ, ਐਂਡ ਥੋੜੀ ਥੈਰੇਪੀਜ਼ ਦੇ ਬਾਰੇ ਗੁਰਦਿਆਲ ਦੱਸਣਗੇ ਵੀ ਹੋਰ ਕੀ ਜਿਹੜੀ ਥੈਰੇਪੀਜ਼ ਹੈਲਪਫੁਲ ਹੁੰਦੀਆਂ ਨੇ ਜਦੋਂ ਐਡਲਟਸ ਨੂੰ ਐਂਜ਼ਾਈਟੀ ਹੁੰਦੀ ਹੈ ਤਾਂ। ਹਾਂਜੀ, ਇੱਕ ਹੈਗੀ ਆ ਮਾਈਂਡਫੁਲਨੈਸ, ਤੁਸੀਂ ਜਿਹੜੀ ਮੈਡੀਟੇਸ਼ਨ ਕਰਦੇ ਆ ਜਿਹਦਾ ਆਪਾਂ ਕਹਿੰਦੇ ਪਾਠ ਕਰ ਸਕਦੇ ਆ, ਪਰ ਇਹਦਾ ਮਤਲਬ ਇਹ ਵੀ ਤੁਸੀਂ ਆਪਣੇ ਮਨ ਨੂੰ ਹੈ ਨਾ ਥੋੜ੍ਹਾ ਜਿਹਾ ਸਲੋ ਡਾਊਨ ਕਰਨਾ ਆ ਕਿ ਜਿਹੜਾ ਫਿਕਰ ਆ ਵੀ ਥੋੜ੍ਹਾ ਕੁ ਜਿਹਾ ਬਰੀਥਿੰਗ ਦੇ ਨਾਲ ਤੁਹਾਡਾ ਮਨ ਵੀ ਥੋੜ੍ਹਾ ਜਿਹਾ ਸਲੋ ਹੋ ਜਾਂਦਾ, ਤੁਹਾਡੀ ਬੋਡੀ ਵੀ ਉਹਦੇ ਨਾਲ ਤੁਸੀਂ ਥੋੜ੍ਹਾ ਜਿਹਾ ਰਿਲੈਕਸ ਹੋ ਸਕਦੇ ਆ। ਸੋ ਐਕਸਰਸਾਈਜ਼, ਕੋਈ ਵੀ ਐਕਸਰਸਾਈਜ਼ ਵਧੀਆ ਤੁਹਾਡੇ ਲਈ। ਕੌਫੀ ਕੈਫੀਨ ਉਹ ਤੁਸੀਂ ਘੱਟ ਪੀਆ ਕਰਿਓ। ਐਲਕੋਹਲ ਵੀ ਤਾਂ ਕਿਸੇ ਨਾਲ ਗੱਲਬਾਤ ਕਰਨਾ ਤੁਹਾਡਾ ਮਨ ਹਲਕਾ ਹੋ ਜਾਂਦਾ ਹੈ ਨਾ। ਤਾਂ ਜੇ ਤੁਸੀਂ ਕੋਈ ਗੱਲ ਕਹਿਣੀ ਆ ਵੀ ਮੈਂ ਆਪਣੇ ਆਪ ਨੂੰ ਮੈਂ ਠੀਕ ਹਾਂ ਸਮਥਿੰਗ that's going to make you feel good, ਜਾਂ ਵਾਹਿਗੁਰੂ ਜਿਹੜੀ ਵੀ ਤੁਸੀਂ ਆਪਣੇ ਆਪ ਨੂੰ ਤੁਹਾਨੂੰ ਗੱਲ ਚੰਗੀ ਲੱਗਦੀ ਆ you can say that। ਪਾਣੀ ਪੀਵੋ। ਬਾਹਰ ਜਿੱਦਾਂ ਘਰ ਬਹਿਣ ਨਾਲ ਕਈ ਵਾਰੀ ਪ੍ਰੋਬਲਮ ਤੁਹਾਡੀ ਮੱਲੋ ਮੱਲੀ ਵੱਧ ਜਾਂਦੀ ਆਪਣੇ ਤੁਹਾਡੇ ਸਿਰ 'ਚ, ਪਰ ਤੁਸੀਂ ਉੱਠ ਕੇ ਜਾਂ ਆਪਣੀ ਫਰੈਂਡ ਨੂੰ ਮਿਲ ਲਓ ਜਾਂ go for a walk ਹੈ ਨਾ। ਜੇ ਹੋਰ ਨਹੀਂ ਤੁਸੀਂ ਕੁਛ ਕਰ ਸਕਦੇ, just go for a walk ਅੱਧੇ ਘੰਟੇ ਲਈ, 15 ਮਿੰਟ ਇੱਧਰ ਨੂੰ 15 ਮਿੰਟ, and generally you will definitely feel better। ਸੋ ਕੁਛ ਨਾ ਕੁਛ ਉਹ ਐਕਟੀਵਿਟੀ ਕਰੋ ਜਿਹੜੀ ਤੁਸੀਂ ਇੰਜੋਏ ਕਰਦੇ ਹੋ। ਜਿੱਦਾਂ ਹੁਣ ਅਗਰ ਗੁਰਦਿਆਲ ਤੁਹਾਨੂੰ ਐਂਜ਼ਾਈਟੀ ਫੀਲ ਹੋ ਰਹੀ ਹੋਏ, what you will do? I would try breathing and ਆਪਣੇ ਆਪ ਨੂੰ ਸੋਚ ਕੇ ਵੀ ਜੇ ਇਸ ਗੱਲ ਦਾ ਮੈਂ ਫਿਕਰ ਕਰਦੀ ਹਾਂ ਵੀ ਇਹ ਹੋ ਸਕਦਾ ਹੈ, ਵੀ ਜੇ ਹੋ ਵੀ ਗਿਆ ਫਿਰ ਜੇ ਮੈਂ ਕੁਛ ਕਰ ਸਕਦੀ ਉਸ ਬਾਰੇ I can try and do something about it। ਜੇ ਨਹੀਂ ਤਾਂ ਫਿਰ I can try and ਆਪਣੇ ਆਪ ਨੂੰ ਕਾਮ ਕਰਕੇ ਵੀ ਜੇ ਹੋ ਗਿਆ ਫਿਰ ਮੈਂ ਕਿੱਦਾਂ ਮੈਂ ਸੌਟ ਆਊਟ ਕਰੂੰਗੀ ਜਾਂ ਫੇਸ ਕਰੂੰਗੀ। ਹਾਂਜੀ। ਸੋ ਦੈਨ ਉਹ ਜਦੋਂ ਤੁਸੀਂ ਆਪਣੇ ਆਪ ਨੂੰ ਇਹ ਗੱਲਾਂ ਕਰਦੇ ਆ ਫਿਰ ਤੁਸੀਂ ਸੋਚਦੇ ਵੀ ਮੈਂ ਕਾਹਤੇ ਫਿਕਰ ਕਰਦੇ ਆ। ਪਰ ਕਈ ਵਾਰੀ ਨਹੀਂ ਇੱਦਾਂ ਹੁੰਦਾ, ਕਈ ਵਾਰੀ ਜ਼ਿਆਦਿਆਂ ਨੂੰ ਇੱਦਾਂ ਹੋ ਜਾਂਦਾ, ਪੈਨਿਕ ਅਟੈਕ ਹੋ ਜਾਂਦਾ ਆ ਕਰਕੇ ਇਟ ਟੇਕਸ ਓਵਰ, ਤੁਹਾਡਾ ਦਿਮਾਗ ਜ਼ਿਆਦਾ ਕਾਲਾ ਪੈ ਜਾਂਦਾ ਆ ਤਾਂ ਫਿਰ ਤੁਸੀਂ ਨਹੀਂ ਕੁਛ ਕਰ ਸਕਦੇ, ਜਾਂ ਫਿਰ ਤੁਸੀਂ ਬੇਹੋਸ਼ ਹੋ ਸਕਦੇ ਆ ਜਾਂ ਤੁਹਾਡੀ ਬੋਡੀ ਫਿਰ ਰਿਐਕਟ ਕਰਦੀ ਉਸ ਹਿਸਾਬ ਹੋ ਜਾਂਦੀ ਹੈ ਕਿ ਸੰਦ ਤੁਹਾਡਾ ਬ੍ਰੇਨ ਹੋਰ ਕੰਮ ਨਹੀਂ ਕਰਕੇ ਫਿਰ ਇਹ ਖਾਣ ਕਰਕੇ ਜਿਹੜੇ ਹਾਰਮੋਨਸ ਜਾਂਦੇ ਆ ਇਟਸ ਜਸਟ ਪਾਵਰਫੁਲ ਸਟਫ। ਇਹ ਹੁੰਦਾ ਕਿ ਕਈ ਵਾਰੀ ਆਪਾਂ ਐਂਜ਼ਾਈਟੀ ਨੂੰ ਕਿਉਂਕਿ ਸਾਨੂੰ ਉਹ ਹਮੇਸ਼ਾ ਚੀਜ਼ ਯਾਦ ਰਹਿੰਦੀ ਹੈ, ਐਂਜ਼ਾਈਟੀ ਇਜ਼ 올 ਦਾ ਟਾਈਮ ਦੇ। ਸਾਨੂੰ ਆਈ ਥਿੰਕ ਇੱਕ ਇਹ ਵੀ ਅਪਣਾਉਣਾ ਚਾਹੀਦਾ ਵੀ ਇਹ ਜਿਹੜੀ ਪ੍ਰੋਬਲਮ ਹੈ ਜਾਂ ਜਿਹਦੇ ਕਰਕੇ ਮੈਨੂੰ ਐਂਜ਼ਾਈਟੀ ਹੈ ਇਹ ਸਾਰੀ ਉਮਰ ਰਹਿਣ ਵਾਲੀ ਨਹੀਂ ਹੈ, ਇਟਸ ਫॉर ਅ ਸ਼ੋਰਟ ਪੀਰੀਅਡ। ਉਹਦੇ ਨਾਲ ਫਿਰ ਸਾਨੂੰ ਥੋੜ੍ਹਾ ਰਿਲੈਕਸੇਸ਼ਨ ਮਿਲ ਜਾਂਦਾ ਹੈਗਾ, ਜਾਂ ਅਸੀਂ ਕੋਈ ਆਪਣਾ ਮਿਊਜ਼ਿਕ ਸੁਣ ਲਈਏ ਜਾਂ ਉਸ ਟਾਈਮ ਦੇ ਲਈ ਥੋੜ੍ਹਾ ਜਿਹਾ ਜਦੋਂ ਸਾਨੂੰ ਲੱਗਦਾ ਵੀ ਸਾਡੀ ਹਾਰਟ ਬੀਟ ਤੇਜ਼ ਹੋ ਰਹੀ ਹੈ ਜਾਂ ਇਸ ਚੀਜ਼ ਕਰਕੇ ਮੈਨੂੰ ਐਂਜ਼ਾਈਟੀ ਜ਼ਿਆਦਾ ਵੱਧ ਜਾਂਦੀ ਹੈ। ਟ੍ਰਿਗਰ ਪੁਆਇੰਟ ਆਪਣੇ ਨੋਟ ਕਰ ਲਓ ਤੁਸੀਂ ਵੀ ਕਿਸ ਕਰਕੇ ਤੁਹਾਨੂੰ ਐਂਜ਼ਾਈਟੀ ਜ਼ਿਆਦਾ ਹੁੰਦੀ ਹੈ। ਉਹ ਵੀ ਇੱਕ ਤੁਹਾਡਾ ਉਹ ਬਣ ਜਾਂਦਾ ਹੈਗਾ ਪਲੈਨਿੰਗ ਕਿ ਮੈਨੂੰ ਅਗਰ ਐਂਜ਼ਾਈਟੀ ਹੁੰਦੀ ਹੈ ਤੇ ਮੈਂ ਕਿੱਦਾਂ ਆਪਣੀ ਐਂਜ਼ਾਈਟੀ ਨੂੰ ਆਹਿਸਤਾ ਘੱਟ ਕਰ ਸਕਦਾ ਤਾਂ ਕਿ ਮੈਨੂੰ ਮੈਡੀਸਨ ਦੀ ਲੋੜ ਨਾ ਪਏ। ਜਾਂ ਦੇਅਰ ਇਜ਼ ਅ ਪੁਆਇੰਟ ਜਦੋਂ ਤੁਹਾਨੂੰ ਮੈਡੀਸਨ ਦੀ ਲੋੜ ਪੈਂਦੀ ਹੈ, ਬਟ ਜਿੱਦਾਂ ਤੁਸੀਂ ਦੱਸਿਆ ਵੀ ਆਪਣੀ ਥੈਰੇਪੀ ਆਪ ਕਰਕੇ ਵੀ ਮੈਨੂੰ ਇਹ ਪ੍ਰੋਬਲਮ ਜਿਹੜੀ ਹੈ ਥੋੜ੍ਹੇ ਚਿਰ ਲਈ ਉਸ ਤੋਂ ਬਾਅਦ ਚਲੀ ਜਾਣੀ ਹੈ। ਐਂਡ ਜਾਂ ਮੈਡੀਟੇਸ਼ਨ ਜਿੱਦਾਂ ਤੁਸੀਂ ਦੱਸਿਆ ਵੀ ਬਰੀਦਿੰਗ ਹੁਣ ਫਿਜ਼ੀਓਥੈਰੇਪੀ ਵਾਲੇ ਕਿੰਨੀ ਕਰਾਉਂਦੇ ਆ। And when we can do meditate ourselves, ਮੇਨਲੀ ਤਾਂ ਹੈਗਾ ਬ੍ਰੇਨ ਨੂੰ ਸ਼ਾਂਤ ਕਰਨਾ ਹੈ ਨਾ, ਰਿਲੈਕਸਿੰਗ ਯੋਰ ਬ੍ਰੇਨ, ਐਂਡ ਜਿਹੜੇ ਕੈਮੀਕਲਸ ਜਿਹੜੇ ਨੈਗੇਟਿਵ ਕੈਮੀਕਲ ਆ ਉਹਨਾਂ ਨੂੰ ਹਰਾ ਦੇਣਾ ਇੱਕ ਕਿਸਮ ਦਾ ਹੈ ਨਾ। ਅਤੇ ਤੁਸੀਂ ਜਦੋਂ ਟੋਕ ਥੈਰੇਪੀ ਕਰਦੇ ਹੋ ਆਪਣੇ ਪੇਸ਼ੈਂਟ ਦੇ ਨਾਲ ਐਂਜ਼ਾਈਟੀ ਦੇ ਜਿਹੜੇ ਆ, ਅਤੇ ਤੁਸੀਂ ਕਿਸ ਤਰੀਕੇ ਦੇ ਨਾਲ ਗੁਰਦਿਆਲ ਕਰਦੇ ਹੋ? ਬਿਕੋਜ਼ ਉਹ ਤਾਂ ਇੱਕਦਮ ਜਾਂ ਤਾਂ ਉਹ ਕਾਫੀ ਐਂਜ਼ਾਈਟੀ ਦੇ ਵਿੱਚ ਹੁੰਦੇ ਆ, ਪਸੀਨਾ ਆ ਰਿਹਾ ਹੁੰਦਾ ਜਾਂ ਘਬਰਾਏ ਹੁੰਦੇ ਆ, ਉਸ ਟਾਈਮ ਤੁਸੀਂ ਕੀ ਦੇਖਦੇ ਹੋ ਕਿ ਵੀ ਮੈਨੂੰ ਕਿਸ ਤਰੀਕੇ ਦੇ ਨਾਲ ਆਪਣੇ ਪੇਸ਼ੈਂਟ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਇਹਨੂੰ ਰਿਲੈਕਸ ਹੋਏ, ਜਾਂ ਇਸ ਸਿਚੁਏਸ਼ਨ 'ਚ ਮੈਂ ਕਿੱਦਾਂ ਕੋਈ ਤੁਸੀਂ ਪਲੈਨਿੰਗ ਕਰਦੇ ਹੋ ਉਹਦੇ ਲਈ, ਸਟੈਪ ਬਾਏ ਸਟੈਪ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਹੋ? ਹਾਊ ਡੂ ਯੂ ਡੀਲ ਵਿਦ ਦੈਮ?
ਸੋ ਪਹਿਲਾਂ ਤਾਂ ਹੁੰਦਾ ਆ ਕਿ ਪੁੱਛਣਾ ਵੀ ਟ੍ਰਿਗਰ ਪੁਆਇੰਟ ਕੀ ਆ, ਹਾਂਜੀ ਵੀ ਕਿਹੜੀ ਗੱਲ ਆ ਵੀ ਜਿਹਦੇ ਨਾਲ ਉਹਨੂੰ ਇੰਨਾ ਫਿਕਰ ਆ ਹਰੇਕ ਟਾਈਮ ਤੇ, ਵੀ ਜਿਹੜੀ ਉਹ ਗੱਲ ਦੇ ਨਾਲ ਉਹਨਾਂ ਦੀ ਲਾਈਫ ਗਾਹਾਂ ਨੂੰ ਨਹੀਂ ਵੱਧਦੀ ਹੈਗੀ, ਉਹ ਉੱਥੇ ਹੀ ਜਿੱਥੇ ਵੀ ਹੈਗੇ ਉੱਥੇ ਖੜੇ ਆ। ਸੋ ਉਹ ਗੱਲ ਕਰਕੇ ਉਹਨਾਂ ਨੂੰ ਫਿਰ ਆਪਸ਼ਨ ਦੇਈਦੇ ਆ ਵੀ ਜੇ ਹੋ ਵੀ ਗਿਆ ਫਿਰ ਆਪਾਂ ਕੀ ਕਰ ਸਕਦੇ ਹਾਂ, ਜੇ ਨਾ ਵੀ ਹੋਇਆ ਫਿਰ ਆਪਾਂ ਕੀ ਕਰ ਸਕਦੇ ਹਾਂ। ਸੋ ਉਹਨਾਂ ਨੂੰ ਫਿਰ ਪਤਾ ਆ ਵੀ ਜਿਹੜੀ ਗੱਲ ਮੈਂ ਸੋਚਦੇ ਆ ਇਰੈਸ਼ਨਲ ਆ, ਕਿ ਮਤਲਬ ਚਾਂਸਿਸ ਹੈ ਨਾ, ਜਿੱਦਾਂ ਆਪਾਂ ਕਹਿੰਦੇ ਆ ਜਿਹੜੀ ਰੌਕਿੰਗ ਚੇਅਰ ਨਹੀਂ ਹੁੰਦੀ ਜਿਹਦੇ ਇੱਦਾਂ ਆਪਾਂ ਝੂਠੀ ਦਾ ਆ, ਕਿ ਜਿਹੜੇ ਆਪਾਂ ਵਰੀ ਕਰਦੇ ਆ ਇਹ ਇਦਾਂ ਹੀ ਹੁੰਦੀ ਆ ਵੀ ਜੇ ਤੁਸੀਂ ਇੱਕੇ ਥਾਂ ਹੈ ਨਾ ਰੌਕਿੰਗ ਚੇਅਰ 'ਚ ਬੈਠੇ ਆ ਝੂਟੇ ਜਾਂਦੇ ਆ, ਪਰ ਅਸਰ ਕੋਈ ਪੈਂਦਾ ਨਹੀਂ ਹੈਗਾ, ਤੁਹਾਡੇ 'ਤੇ ਹੀ ਅਸਰ ਪੈਂਦਾ ਹੈ ਜੋ ਕੁਝ ਵੀ ਹੁੰਦਾ ਆ। ਬਾਹਰਲੀ ਦੁਨੀਆ ਜੀਂਦੀ ਆ ਜਿੱਦਾਂ ਵੀ ਹੈਗੇ ਆ। ਸੋ ਇਹ ਨਹੀਂ ਮੈਂ ਕਹਿੰਦੀ ਵੀ ਜਿਨ੍ਹਾਂ ਨੂੰ ਦਵਾਈ ਦੀ ਲੋੜ ਆ ਉਹਨਾਂ ਨੂੰ ਲੋੜ ਆ, ਪਰ ਆਪਾਂ ਆਪ ਟਰਾਈ ਕਰ ਸਕਦੇ ਵੀ ਜਿਹੜੀ ਪ੍ਰੋਬਲਮ ਆ ਵੀ ਜੇ ਹੋ ਗਈ ਹੈ ਨਾ, ਹੌਲੀ ਹੌਲੀ ਤੁਸੀਂ ਗੱਲਬਾਤ ਕਰਕੇ ਸੋਚ ਸਕਦੇ ਵੀ ਆਪਾਂ ਹੈਲਪ ਕਰ ਸਕਦੇ ਹਾਂ। ਵੀ ਕਿਉਂਕਿ ਜਿਹੜੀ ਸਭ ਤੋਂ ਡਰਨ ਵਾਲੀ ਗੱਲ ਹੈਗੀ ਆ ਵੀ ਕਿਸੇ ਦੀ ਮੌਤ ਹੋ ਸਕਦੀ ਆ, ਹਾਂਜੀ ਇਹ ਤੋਂ ਵੱਧ ਤਾਂ ਨਹੀਂ ਕੋਈ ਹੋ ਸਕਦੀ worse than that, ਹੈ ਨਾ। ਪਰ ਜੇ ਅਸੀਂ ਆਪਣੇ ਆਪ ਨੂੰ ਮਨ ਨੂੰ ਮਨਾਈਏ ਵੀ we are all only on this earth for ਇੰਨੇ ਟਾਈਮ 'ਤੇ ਆਪਾਂ ਹੈਗੇ ਆ, ਹੈ ਨਾ। ਪਰ ਜਦੋਂ ਉਹ ਟਾਈਮ ਆਉਣਾ ਉਹ ਤਾਂ ਆਉਣਾ ਹੀ ਆਉਣਾ ਆ। ਸੋ we have to understand ਵੀ ਜਿਹੜੀ ਲਾਈਫ ਦੇ ਵਿੱਚ ਚੈਲੰਜਿਸ ਆਉਂਦੀਆਂ ਆ ਸਾਨੂੰ, ਸੋ ਸਾਨੂੰ ਰੈਸ਼ਨਲਾਈਜ਼ ਕਰਨਾ ਪੈਂਦਾ ਆ ਵੀ ਜੇ ਉਹ ਗੱਲ ਹੋ ਗਈ I will survive, ਹੈ ਨਾ, ਹੈਲਪ ਹੋ ਜਾਊਗੀ। ਅਸੀਂ ਬਹੁਤ ਲੱਕੀ ਹਾਂ ਇਸ ਕੰਟਰੀ ਦੇ ਵਿੱਚ ਕਿ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਮਦਦ ਮਿਲ ਸਕਦੀ ਆ, ਕਿਉਂਕਿ ਕਾਫੀ ਲੋਕ ਜਿਹੜੇ ਹੈਗੇ ਐਂਜ਼ਾਇਟੀ ਦਾ ਸ਼ਿਕਾਰ ਹੁੰਦੇ ਆ, ਜਿਨ੍ਹਾਂ ਦੀ ਹਿਸਟਰੀ ਮੈਡੀਕਲ ਕਹਿ ਲਓ ਵੀ ਹਿਸਟਰੀ ਹੁੰਦੀ ਆ, ਉਹਨਾਂ ਨੂੰ ਪਤਾ ਹੁੰਦਾ ਅਸੀਂ ਬਚਣਾ ਨਹੀਂ ਹੈ, ਜਾਂ ਕਈ ਵਾਰੀ ਕੈਂਸਰ ਦੇ ਪੇਸ਼ੈਂਟ ਹੁੰਦੇ ਨੇ, ਉਹਨਾਂ ਨੂੰ ਕਾਫੀ ਐਂਜ਼ਾਇਟੀ ਹੋ ਜਾਂਦੀ ਹੈ ਕਿ ਵੀ ਪਤਾ ਨਹੀਂ ਨੈਕਸਟ ਕੀ ਹੋਣਾ, ਕਿੰਨੇ ਸਾਡੀ ਥੈਰੇਪੀਜ਼ ਵਗੈਰਾ ਚੱਲ ਰਹੀ ਹੈ, ਬਟ ਵੀ ਡੋਂਟ ਨੋ ਵਟ ਟੂ ਐਕਸਪੈਕਟ। ਕਾਮ ਹੋਣ ਦੇ ਤਰੀਕੇ ਤੁਸੀਂ ਕਿਸ ਤਰੀਕੇ ਦੇ ਉਹਨਾਂ ਨੂੰ ਹੋਰ ਦੱਸੋ ਕਿ ਜਿਹੜੇ ਕਿ ਕੈਂਸਰ ਦੇ ਪੇਸ਼ੈਂਟ ਨੇ, ਜਿਹੜੇ ਇਸ ਦੌਰ ਤੋਂ ਗੁਜ਼ਰ ਰਹੇ ਨੇ ਐਂਜ਼ਾਇਟੀ ਤੋਂ, ਗੁਰਦਿਆਲ, ਉਹਨਾਂ ਦੇ ਲਈ ਕੀ ਬੈਟਰ ਰਹੇਗਾ ਕਿ ਜਿਹੜੇ ਇਸ ਟਾਈਮ 'ਤੇ ਸਾਡਾ TV ਸ਼ੋਅ ਦੇਖ ਰਹੇ ਨੇ, ਅਗਰ ਕੈਂਸਰ ਦੇ ਪੇਸ਼ੈਂਟ, ਤੁਹਾਨੂੰ ਪਤਾ ਕੈਂਸਰ ਕਾਫੀ ਦੁਨੀਆ 'ਚ ਹਰੇਕ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਆਪਾਂ ਸੁਣਨ ਨੂੰ ਮਿਲਦਾ ਹੀ ਹੈ ਕਿ ਵੀ ਕਿਸੇ ਨਾ ਕਿਸੇ ਨੂੰ ਕੈਂਸਰ ਹੈਗਾ, ਐਂਡ ਕਾਫੀ ਦਰਦਨਾਇਕ ਉਹਨਾਂ ਦੀ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਜੋ ਵੀ ਮੈਡੀਸਨ ਵਗੈਰਾ ਵੀ ਲੈਂਦੇ ਨੇ, ਉਹ ਕਾਫੀ ਉਹਨਾਂ ਨੂੰ ਦਰਦ ਦਿੰਦੇ ਨੇ, ਅਤੇ ਕਈ ਵਾਰੀ ਜਿਹੜੀ ਥੈਰੇਪੀਜ਼ ਹੁੰਦੀਆਂ ਉਹਨਾਂ ਤੋਂ ਵੀ, ਬਟ ਟੋਕ ਥੈਰੇਪੀ ਦੇ ਨਾਲ ਕਾਫੀ ਹੈਲਪ ਮਿਲਦੀ ਹੈਗੀ ਹੈ, ਦੈਟਸ ਰਿਸਰਚ ਸਾਨੂੰ ਦੱਸਦਾ, ਜਾਂ ਅਰੋਮਾ ਥੈਰੇਪੀ ਜਾਂ ਕੁਝ ਇਹੋ ਜਿਹੀ ਵੀ ਨਾਲ ਉਹ ਲੈਂਦੇ ਹੈਗੇ ਅਤੇ ਕਾਫੀ ਹੈਲਪਫੁਲ ਹੁੰਦੇ ਆ। ਤੁਸੀਂ ਹੋਰ ਉਹਨਾਂ ਨੂੰ ਕੀ ਸੁਝਾਅ ਦਿਓਗੇ ਕਿ ਵੀ ਕਿਸ ਤਰੀਕੇ ਦੇ ਨਾਲ ਉਹ ਆਪਣਾ ਇਹ ਦੁੱਖ ਜਿਹੜਾ ਘੱਟ ਕਰ ਸਕਦੇ, ਆਪਣੀ ਐਂਜ਼ਾਇਟੀ ਘੱਟ ਕਰ ਸਕਦੇ ਆ ਇਸ ਬਾਰੇ? ਸਭ ਤੋਂ ਵੱਧ ਤਾਂ ਹੈਗੀ ਆ ਕਿ ਜਿਹੜੀ ਮੈਡੀਕੇਸ਼ਨ ਆ ਉਹਦੇ ਨਾਲ ਉਹਦੇ ਨਾਲ ਥੋੜ੍ਹੀ ਉਹਨਾਂ ਨੂੰ ਜ਼ਿਆਦਾ ਉੱਥੋਂ ਹੈਲਪ ਮਿਲਣੀ ਆ, ਪਰ ਬਾਕੀ ਹੈਗਾ ਤੁਸੀਂ ਆਪਣਾ, ਜੇ ਤਾਂ ਤੁਸੀਂ ਆਪਣਾ ਮਨ ਟਰਾਈ ਕਰ ਸਕਦੇ ਸਟਰੋਂਗ ਬਣਾਉਣ ਨੂੰ, ਤਾਂ ਫਿਰ ਤੁਸੀਂ ਜਿਹੜੀ ਵੀ ਜੋ ਕੁਛ ਵੀ ਤੁਸੀਂ ਕਰ ਸਕਦੇ ਯੂ ਕੈਨ ਡੂ ਦੈਟ, ਟਰਾਈ, ਹੈ ਨਾ। ਜੇ ਤੁਹਾਡੀ ਬੋਡੀ ਅਲਾਉ ਕਰ ਸਕਦੀ ਆ ਜਾਂ ਤੁਹਾਡਾ ਮਨ ਅਲਾਉ ਕਰ ਸਕਦਾ ਆ, ਪਰ ਜ਼ਿਆਦਾ ਹੈਗਾ ਵੀ ਤੁਹਾਨੂੰ ਰੈਸਟ ਕਰਨੀ ਪੈਂਦੀ ਆ, ਤਾਂ ਹੌਲੀ ਹੌਲੀ ਡਿਪੈਂਡਿੰਗ ਔਨ ਦ ਪ੍ਰੋਗਨੋਸਿਸ then time ਪਾ ਕੇ you can get better। ਪਰ ਜਿਹੜਾ ਫਿਕਰ ਆ ਜੋ ਕੁਛ ਤੁਹਾਡੀ ਕਿਸਮਤ 'ਚ ਹੈਗਾ ਆ, we can't change that, but we can try and alleviate it a little bit। ਤਾਂ ਉਹਦੇ ਨਾਲ ਫਿਰ ਇੱਦਾਂ ਆਪਾਂ ਕਹਿ ਸਕਦੇ ਮੈਡੀਟੇਸ਼ਨ, ਰਿਲੈਕਸੇਸ਼ਨ, ਯੋਗਾ, ਪਰ ਉਹ ਵੀ ਡਿਪੈਂਡ ਕਰਦਾ ਤੁਹਾਡੀ ਬੋਡੀ ਉਸ ਹਿਸਾਬ ਨਾਲ what it can actually manage to do। I think ਇਸ ਟਾਈਮ 'ਤੇ ਜਿੱਦਾਂ ਆਪਾਂ ਜਦੋਂ ਕੈਂਸਰ ਵਗੈਰਾ ਦੀ ਗੱਲ ਕਰਦੇ, ਜਦੋਂ ਐਂਜ਼ਾਇਟੀ ਹੁੰਦੀ ਹੈ ਉਸ ਟਾਈਮ 'ਤੇ ਮੈਡੀਟੇਸ਼ਨ ਵਰਕਸ ਰੀਅਲੀ ਗੁੱਡ। ਜਿੱਦਾਂ ਕਹਿ ਲਓ ਵੀ ਕੋਈ ਥੈਰੇਪੀ, ਜਿੱਦਾਂ ਆਪਣੇ ਕਹਿ ਲਓ ਵੀ ਗੁਰਦੁਆਰਾ ਸਾਹਿਬ ਤੋਂ, ਮੰਦਿਰ ਤੋਂ ਜਾਂ ਚਰਚ ਤੋਂ ਜਿਹੜੇ ਅਰਦਾਸ ਵਗੈਰਾ ਕਰਦੇ ਆ, ਕਈ ਵਾਰੀ ਉਹ ਕਾਫੀ ਆਈਵ ਸੀਨ ਇਨ ਅ ਹਸਪੀਟਲ ਦੈਟ ਵਰਕ ਆਊਟ ਫॉर them। ਜੇਕਰ ਤੁਹਾਨੂੰ ਲੱਗਦਾ ਵੀ ਇਹ ਹੈਲਪਫੁਲ ਹੈ, ਪਾਠ ਕਰਕੇ ਜਾਂ ਤੁਸੀਂ ਗੀਤਾ ਸੁਣ ਕੇ ਜਾਂ ਆਪਣੇ ਚਰਚ ਬਾਈਬਲ ਪੜ੍ਹ ਕੇ ਤੁਸੀਂ ਖੁਸ਼ ਹੁੰਦੇ ਹੋ, ਜਾਂ ਗੁਰਦੁਆਰਾ ਸਾਹਿਬ ਜਾ ਕੇ ਖੁਸ਼ ਹੁੰਦੇ ਹੋ, ਤੇ ਇਹ ਐਕਟੀਵਿਟੀ ਤੁਸੀਂ ਅਪਣਾ ਸਕਦੇ ਹੋ। ਐਂਡ ਐਟ ਹੋਮ ਇਜ਼ ਵੈਲ ਉਹ ਚੀਜ਼ਾਂ ਕਰੋ ਜਿਹੜੀਆਂ ਤੁਹਾਨੂੰ ਖੁਸ਼ ਦਿੰਦੀਆਂ ਨੇ। ਬੇਸਿਕਲੀ ਨੈਗੇਟਿਵਿਟੀ ਜਿਹੜੀ ਹੈਗੀ ਹੈ, ਤੁਸੀਂ ਇਹ ਨਾ ਸੋਚੋ ਵੀ ਹਾਂ ਅਗਰ ਅੱਜ ਕੱਲ੍ਹ ਹਰ ਚੀਜ਼ ਦਾ ਇਲਾਜ ਹੈਗਾ, ਕੈਂਸਰ ਦਾ ਇਲਾਜ ਹੈਗਾ, ਅਗਰ ਤੁਸੀਂ ਜਿੰਨਾ ਆਪਣੇ ਆਪ ਨੂੰ ਪੋਜ਼ੀਟਿਵ ਰੱਖੋਗੇ ਉਨੀ ਮੈਡੀਸਨ ਵੀ ਤੁਹਾਡੇ 'ਤੇ ਵਰਕਆਊਟ ਜ਼ਿਆਦਾ ਵਧੀਆ
ਵਧੀਆ ਕਰਦੀ ਹੈਗੀ ਜਦੋਂ ਪੋਜ਼ਿਟਿਵ ਥਿੰਕਿੰਗ ਹੋਏਗੀ ਵੀ ਹਾਂ ਮੈਂ ਠੀਕ ਹੋਣਾ। ਐਂਡ ਅਗਰ ਨਹੀਂ ਵੀ ਹੋ ਸਕਦੇ ਠੀਕ ਤੁਸੀਂ ਤਾਂ ਵੀ ਇੱਕ ਲਾਈਫ ਜਦੋਂ ਤੱਕ ਸਾਡੀ ਹੈਗੀ ਆ ਸਾਨੂੰ ਇੱਕ ਭਰਪੂਰ ਜੀਵਨ ਜੀਣਾ ਚਾਹੀਦਾ, ਹੈਪੀ ਲਾਈਫ ਜੀਣੀ ਚਾਹੀਦੀ ਹੈ ਤਾਂ ਕਿ ਅਸੀਂ ਦੂਸਰਿਆਂ ਨੂੰ ਵੀ ਸਿੱਖਿਆ ਦੇ ਸਕੀਏ ਕਿ ਇੰਨਾ ਦੁੱਖ ਸੀਗਾ ਤਾਂ ਵੀ ਉਹ ਬੰਦਾ ਖੁਸ਼ੀ ਰਿਹਾ ਹੈਗਾ। ਸੋ ਅਸੀਂ ਇੱਕ ਪ੍ਰੇਰਨਾ ਬਣ ਸਕਦੇ ਹਾਂ ਦੂਸਰਿਆਂ ਦੇ ਲਈ। ਗੁਰਦਿਆਲ 5% ਜਿਹੜੇ ਆ UK ਦੇ ਕਹਿੰਦੇ ਵੀ ਜਿਹੜੇ UK ਸਪੈਸ਼ਲੀ 5% ਪੀਪਲ ਆਰ ਅਫੈਕਟਡ ਵਿਦ ਸਾਡੀ ਜਿਹੜੀ ਹੈ ਐਂਜ਼ਾਇਟੀ ਦੇ ਨਾਲ। ਇਟਸ ਅ ਵੈਰੀ ਬਿਗ ਨੰਬਰ ਐਂਡ ਹਰੇਕ ਤਰੀਕੇ ਦੀ ਡਿਫਰੈਂਟ ਐਂਜ਼ਾਇਟੀ ਹੈ ਜਿਨ੍ਹਾਂ ਦੇ ਵਿੱਚ ਐਲਕੋਹਲ ਐਂਡ ਮਿਸਯੂਜ਼ ਜਿਹੜੀ ਐਂਜ਼ਾਇਟੀ ਜਿਨ੍ਹਾਂ ਲੋਕਾਂ ਨੂੰ ਹੁੰਦੀ ਹੈ। ਕਿ ਤੁਸੀਂ ਇਹੋ ਜਿਹੇ ਲੋਕਾਂ ਨਾਲ ਕੰਮ ਕੀਤਾ, ਹੈਵ ਯੂ ਡੀਲ ਵਿਦ ਦੋਜ਼ ਪੀਪਲ ਜਿਹੜੇ ਐਲਕੋਹਲ ਜਾਂ ਡਰਗ ਦੇ ਵਿੱਚ ਇਨਵੋਲਵ ਹੁੰਦੇ ਨੇ ਜਾਂ ਫਿਰ ਜਸਟ ਮੈਂਟਲ ਹੈਲਥ ਥਰੂ ਐਲਕੋਹਲ ਐਂਡ ਦੇ ਜ਼ਰੀਏ? It's just mainly I haven't personally dealt with anybody ਜਿਹਦੇ ਨਾਲ alcohol ਦੀ issue ਹੈਗੀ ਆ, ਪਰ ਪਤਾ ਆ ਜਦੋਂ ਤੁਸੀਂ ਕੋਈ ਵੀ ਚੀਜ਼ ਤੇ ਜ਼ਿਆਦਾ ਡਿਪੈਂਡ ਕਰਦੇ ਆ ਤਾਂ ਜੇ ਉਹ ਤੁਹਾਨੂੰ ਚੀਜ਼ ਨਹੀਂ ਮਿਲਦੀ, ਕੋਈ it could be anything। ਕਈ ਵਾਰੀ ਐਕਸਰਸਾਈਜ਼ ਜੇ ਤੁਸੀਂ ਨਹੀਂ ਕਰਦੇ ਤਾਂ ਤੁਹਾਨੂੰ ਐਂਗਜ਼ਾਇਟੀ ਹੁੰਦੀ ਵੀ ਮੈਂ ਜਾਣਾ ਜ਼ਰੂਰ ਆ ਜਾਂ ਮੇਰੀ ਬੋਡੀ ਤੇ ਅਸਰ ਪੈਣਾ ਆ। ਸੋ ਕੋਈ ਵੀ ਚੀਜ਼ ਤੇ ਜਿਹੜੇ ਤੁਹਾਡੀ ਜ਼ਿਆਦਾ ਅਟੈਚਮੈਂਟ ਆ ਹਨਾ ਉਹ ਫਿਰ ਉਹੀ ਚੀਜ਼ ਤੁਹਾਨੂੰ ਤੰਗ ਕਰਦੀ ਆ। This is really good, you know, we never think about that ਕਿ exercise can be kind of addiction as well। it is definitely। ਕਈ ਲੋਕਾਂ ਲਈ ਹੈਗਾ ਵੀ you know ਕਿੰਨੇ ਉਹ ਪਤਲੇ ਹੁੰਦੇ ਆ and they still want because ਇੱਕ ਤੁਹਾਨੂੰ addiction ਲੱਗ ਜਾਂਦੀ ਹੈ ਵੀ ਮੈਂ ਇਹ ਨਾ ਕੀਤਾ ਤਾਂ ਪਤਾ ਨਹੀਂ ਕੀ ਹੋਏਗਾ। ਐਂਡ ਜਿਹੜੇ ਸਾਡੇ ਵਰਗੇ ਮੋਟੇ ਮਾਟੇ ਹੈਗੇ ਉਹ ਸੋਚਦੇ it doesn't really matter। ਸੋ ਆਈ ਥਿੰਕ ਐਂਜ਼ਾਇਟੀ ਇੱਕ ਹੱਦ ਤੱਕ ਤਾਂ ਠੀਕ ਹੁੰਦੀ ਹੈ ਲੇਕਿਨ ਜਦੋਂ ਓਵਰ ਅਸੀਂ ਕਰਨ ਲੱਗ ਜਾਂਦੇ ਹਾਂ ਉਹਦਾ ਇਫੈਕਟ ਸਾਡੀ ਹੈਲਥ 'ਤੇ ਪੈਂਦਾ। ਸੋ ਵੀ ਹੈਵ ਟੂ ਬੀ ਮੋਰ ਪੋਜ਼ੀਟਿਵ ਕਿ ਹਾਂ ਅਗਰ ਐਂਜ਼ਾਇਟੀ ਅਸੀਂ ਡੀਲ ਕਿੱਦਾਂ ਕਰਨਾ। ਇਸ ਲਈ ਗੁਰਦਿਆਲ ਸਾਨੂੰ ਆ ਕੇ ਦੱਸਦੇ ਆ ਵੀ ਹਾਂ ਤੁਸੀਂ ਐਂਜ਼ਾਇਟੀ ਦੇ ਨਾਲ ਕਿਸ ਤਰੀਕੇ ਦੇ ਨਾਲ ਡੀਲ ਕਰ ਸਕਦੇ ਹੋ। ਮੇਡ ਯੂ ਲਿਟਲ ਲਾਫ ਦੇ ਗੁਰਦਿਆਲ। ਸੋ ਗੁਰਦਿਆਲ ਹੋਰ ਤੁਸੀਂ ਕੁਝ ਦੱਸਣਾ ਚਾਹੋਗੇ ਜਿਹੜੀ ਸਾਈਕੋਲੋਜੀਕਲ ਥੈਰੇਪੀਜ਼ ਜਿਹੜੀਆਂ ਹੁੰਦੀਆਂ ਉਹਦੇ ਬਾਰੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਕਿ ਸਾਈਕੋਲੋਜੀਕਲੀ? ਮੇਨਲੀ ਕੋਗਨੀਟਿਵ ਬਿਹੇਵੀਅਰ ਥੈਰੇਪੀ ਹੁੰਦੀ ਆ ਜਿਹੜੀ ਉਹ ਹੈਲਪ ਕਰ ਸਕਦੀ ਆ। ਉਹ ਫਿਰ ਤੁਹਾਡੀ ਹੈਲਪ ਕਰ ਸਕਦੇ ਜੇ ਹਿਸਾਬ ਨਾਲ ਬਿਹੇਵੀਅਰ ਤੁਹਾਡਾ ਆ ਕਿ ਕੀ ਤੁਹਾਡਾ ਟ੍ਰਿਗਰ ਆ, ਕਿੱਦਾਂ ਕਿਹੜੀ ਚੀਜ਼ ਚੇਂਜ ਕਰਨੀ ਪੈਣੀ ਆ ਜਿਹਦੇ ਨਾਲ ਤੁਹਾਡਾ ਬਿਹੇਵੀਅਰ ਚੇਂਜ ਹੋ ਸਕਦਾ। ਜਿੱਥੇ ਉਹ ਜਿਹੜੀਆਂ ਐਂਗਜ਼ਾਇਟੀ ਦੀਆਂ ਜਿੱਥੇ ਬਹੁਤ ਜ਼ਿਆਦੀਆਂ ਵੱਡੀਆਂ ਸੀਗੀਆਂ ਹੌਲੀ ਹੌਲੀ ਉੱਥੋਂ ਟਾਈਮ ਪਾ ਕੇ ਘੱਟ ਜਾਂਦੀਆਂ ਆ। ਪਰ ਨੈਸ਼ਨਲ NHS ਦੀ ਵੈਬਸਾਈਟ 'ਤੇ ਵੀ ਉੱਥੇ ਹੈਗੀ ਰਿਕਾਰਡਿੰਗ ਜਿਹੜੀ ਤੁਸੀਂ ਸੁਣ ਸਕਦੇ ਆ। ਉੱਥੇ ਹੈਗੇ ਆ ਵਰਕ ਬੁੱਕਸ ਜਿਹਦੇ ਤੋਂ ਤੁਸੀਂ ਲਿਖ ਸਕਦੇ ਆ ਤਾਂ ਅੰਡਰਸਟੈਂਡ ਕਰ ਸਕਦੇ ਆ ਆਪਣੇ ਆਪ ਨੂੰ। So there are plenty of support mechanisms out there। ਹਾਂਜੀ ਨਾਲੇ ਹੈਗਾ ਕਿ ਜਿਨ੍ਹਾਂ ਨੂੰ ਐਂਜ਼ਾਇਟੀ ਜਿਹੜੇ ਡਰੱਗਸ ਵਗੈਰਾ ਜਾਂ ਐਲਕੋਹਲ ਜਾਂ ਇਸ ਕਰਕੇ ਹੁੰਦੀ ਹੈ ਉਹਨਾਂ ਲਈ ਵੀ ਉਹਨਾਂ ਨੇ ਸਪੈਸ਼ਲ ਕਲੀਨਿਕਸ ਵਗੈਰਾ ਬਣਾਏ ਹੈ ਜਿੱਥੋਂ ਦੀ ਤੁਸੀਂ ਮਦਦ ਲੈ ਸਕਦੇ ਹੋ। ਸੋ ਯੂ ਡੋਂਟ ਨੀਡ ਟੂ ਕਈ ਪ੍ਰੈਗਨੈਂਟ ਵੂਮਨ ਹੁੰਦੀਆਂ ਉਹਨਾਂ ਨੂੰ ਐਂਜ਼ਾਇਟੀ ਹੁੰਦੀ ਹੈ ਉਹ ਟੋਟਲੀ ਡਿਫਰੈਂਟ ਏਰੀਆ ਆ ਜਾਂਦਾ ਬਟ ਫਿਰ ਵੀ ਤੁਹਾਡੀ ਜਿਹੜੀ ਮਿਡਵਾਈਫ ਹੈ ਉਹ ਤੁਹਾਨੂੰ ਚੰਗੀ ਤਰ੍ਹਾਂ ਮਦਦ ਕਰ ਸਕਦੀ ਹੈ, ਸਾਈਨ ਪੋਸਟ ਕਰ ਸਕਦੀ ਹੈ ਜੇਕਰ ਤੁਹਾਨੂੰ ਡਿਫਿਕਲਟੀ ਆ ਰਹੀ ਹੈ। ਐਂਡ ਰਿਲੇਟਿਡ ਟੂ ਮੈਂਟਲ ਹੈਲਥ ਇਸ ਵਾਲ ਮੈਂਟਲ ਹੈਲਥ ਦੀ ਆਪਣੀ ਟੀਮ ਹੁੰਦੀ ਹੈ। ਅਗਰ ਤੁਹਾਨੂੰ ਐਂਜ਼ਾਇਟੀ ਹੈ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ। ਕਮਿਊਨਿਟੀ ਨਰਸਿਸ ਹੁੰਦੀਆਂ ਉਹ ਤੁਹਾਡੇ ਘਰੇ ਆ ਕੇ ਤੁਹਾਡੀ ਹੈਲਪ ਕਰ ਸਕਦੀਆਂ। ਸੋ ਦੇਰ ਇਜ਼ ਲੋਟਸ ਆਫ ਹੈਲਪ ਅਵੇਲੇਬਲ ਜਿਹੜੀ ਐਡਲਟਸ ਦੇ ਲਈ ਆ। ਅਸੀਂ ਸੋਚਦੇ ਹਾਂ ਵੀ ਜਦੋਂ ਬੱਚਾ ਛੋਟਾ ਉਹਦੀ ਜ਼ਿਆਦਾ ਮਦਦ ਕੀਤੀ ਜਾਂਦੀ ਹੈ ਬਟ ਐਡਲਟਸ ਦੇ ਲਈ ਵੀ ਹੁਣ ਕਾਫੀ ਹੈਲਪ ਅਵੇਲੇਬਲ ਹੈਗੀ ਹੈ। ਟਾਈਮ ਹੈਜ਼ ਚੇਂਜ ਸੋ ਮੈਨੀ ਥਿੰਗਸ ਆਰ ਅਵੇਲੇਬਲ ਜਿਹਦੇ ਨਾਲ ਐਂਜ਼ਾਇਟੀ ਤੁਹਾਡੀ ਦੂਰ ਹੋ ਸਕਦੀ ਹੈ ਐਂਡ ਥੈਰੇਪੀਜ਼ ਆਰ ਦੇਅਰ ਟੂ ਹੈਲਪ ਯੂ ਆਊਟ ਇਜ਼ ਵੈਲ। ਸੋ ਹੁਣ ਥੋੜ੍ਹਾ ਜਿਹਾ ਅਸੀਂ ਚੱਲਾਂਗੇ ਬੱਚਿਆਂ ਬਾਰੇ ਜਿੱਥੇ ਸਾਡੇ ਐਕਸਪਰਟ ਸਾਨੂੰ ਕਾਫੀ ਇਨਫੋਰਮੇਸ਼ਨ ਦੇਣਗੇ। ਸੋ ਚਿਲਡਰਨਸ ਦੇ ਬਾਰੇ ਜਾਣਦੇ ਹਾਂ। ਚਿਲਡਰਨਸ ਆਰ ਵੈਰੀ ਇੰਪੋਰਟੈਂਟ ਹੈ ਨਾ। ਜਦੋਂ ਚਲੋ ਬੱਚਾ ਛੋਟਾ ਹੈ ਨਾ ਗੁਰਦਿਆਲ ਤੇ ਨਰਸਰੀ ਜਾਂ ਪਲੇ ਗਰੁੱਪ ਅਸੀਂ ਉਹਨਾਂ ਨੂੰ ਛੱਡਣ ਚਾਹੁੰਦੇ ਹਾਂ। ਦੇਖਿਆ ਐਂਜ਼ਾਇਟੀ ਉਹਨਾਂ ਦਾ ਰੋਣਾ ਹੁੰਦਾ ਵੀ ਮਮ ਮੈਨੂੰ ਛੱਡ ਕੇ ਜਾ ਰਹੀ ਹੈ, ਡੈਡ ਕੰਮ ਤੇ ਚੱਲਿਆ। ਪਰ ਐਂਜ਼ਾਇਟੀ ਤੇ ਕਦੋਂ ਜ਼ਿਆਦਾ ਵੱਧ ਜਾਂਦੀ ਹੈ ਬੱਚਿਆਂ ਦੀ ਕਿ ਸਾਨੂੰ ਉਹਨਾਂ ਨੂੰ ਡਾਕਟਰ ਕੋਲ ਲਿਜਾਣਾ ਪੈਂਦਾ ਹੈਗਾ? ਅੱਜ ਉਹਦੇ ਬਾਰੇ ਗੱਲ ਕਰਾਂਗੇ ਅਸੀਂ। ਉਹ ਫਿਰ ਨਿਆਣਿਆਂ ਦੇ ਨਾਲ ਇੱਦਾਂ ਹੁੰਦੀ ਹੈ ਕਿ ਜੇ ਤੁਹਾਨੂੰ ਲੱਗਦਾ ਵੀ ਯੂ ਨੋ 1-2 ਵੀਕਾਂ ਬਾਅਦ ਜਿੱਦਾਂ ਇਟਸ ਕੌਨਸਟੈਂਟ ਕਿ ਜਿੱਦਾਂ ਜੇ ਨਰਸਰੀ ਛੱਡਣਾ ਤਾਂ ਉਹ ਜਿਹੜਾ ਬਿਹੇਵੀਅਰ ਚੇਂਜ ਨਹੀਂ ਹੁੰਦਾ ਉਹ ਜਾਂ ਫਿਰ ਟਰਾਈ ਕਰਦਾ ਵੀ ਮੈਂ ਨਾ ਜਾਵਾਂ। ਸੋ ਪ੍ਰਟੈਂਡ ਕਰਦਾ ਵੀ ਮੈਂ ਠੀਕ ਨਹੀਂ ਹੈਗਾ। ਸੋ all these things are affecting them going to the nursery or play group or school। ਫਿਰ ਉਹ ਜਿਹੜੀ ਉਹਨਾਂ ਦੀ ਐਂਗਜ਼ਾਇਟੀ ਉਹ ਫਿਰ ਵਧੀ ਜਾਂਦੀ ਆ। ਸੋ ਐਕਸੈਪਟ ਨਹੀਂ ਕਰਦੇ ਵੀ ਹਾਂ ਵੀ ਉਹਨਾਂ ਨੂੰ ਫਿਕਰ ਆ ਵੀ ਮੰਮੀ ਨੇ ਮੁੜ ਕੇ ਪਤਾ ਨਹੀਂ ਆਉਣਾ ਨਹੀਂ, ਡੈਡੀ ਨੇ ਨਹੀਂ ਮੁੜ ਕੇ ਆਉਣਾ ਮੈਨੂੰ ਲੈਣ ਵੀ ਇੱਥੇ ਮੈਨੂੰ ਛੱਡ ਜਾਣਾ ਆ। ਸੋ ਜੇ ਤਾਂ 1-2 ਵੀਕਾਂ ਦੇ ਵਿੱਚ ਸੈੱਟ ਹੋ ਗਿਆ 2-3 ਹਫ਼ਤਿਆਂ ਦੇ ਵਿੱਚ that's good but if it keeps happening then
you would need to speak to somebody ਜਾਂ ਸਕੂਲ ਵੀ ਹੈਲਪ ਕਰ ਸਕਦੇ ਆ ਜਿਹਦੇ ਨਾਲ ਉਹ ਵੀ ਤੁਹਾਡੇ ਨਾਲ ਪਲਾਨ ਕਰ ਸਕਦੇ ਆ ਵੀ ਨਿਆਣੇ ਨੂੰ ਕਿੱਦਾਂ ਅਸੀਂ ਲਿਜਾਣਾ ਸਕੂਲੇ ਜਾਂ ਅਸੀਂ ਡੋਰ ਦੇ ਕੋਲ ਮਿਲ ਲੂੰਗੇ ਜਾਂ ਬਾਹਰ ਮਿਲ ਲੂੰਗੇ ਜਾਂ ਉਹ ਕਿਸੇ ਫਰੈਂਡ ਦੇ ਨਾਲ ਆ ਸਕਦਾ ਸਕੂਲੇ ਸੋ ਥੋੜ੍ਹੇ ਜਿਹੇ ਚੇਂਜ ਕਰਨ ਨੂੰ ਬਿਹੇਵੀਅਰ ਹੈ ਨਾ ਕਿ ਉਹਦੀ ਐਂਗਜ਼ਾਇਟੀ ਘੱਟ ਜਾਊਗੀ ਸੋ ਦੈਟ ਕੈਨ ਹੈਲਪ ਸੋ ਗੁਰਦਿਆਲ ਕੀ ਨਿਸ਼ਾਨੀਆਂ ਹੁੰਦੀਆਂ ਇੱਕ ਬੱਚਾ ਜਿਹਨੂੰ ਐਂਜ਼ਾਇਟੀ ਹੋਏ ਵੱਡਿਆਂ ਦੀ ਤੇ ਨਿਸ਼ਾਨੀਆਂ ਅਸੀਂ ਦੱਸਦੀਆਂ ਵੀ ਉਹਨਾਂ ਦਾ ਡਿਫਰੈਂਟ ਬਿਹੇਵੀਅਰ ਹੁੰਦਾ ਹੈ ਬੱਚੇ ਜਿਹੜੇ ਮਾਸੂਮ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਕੀ ਦੇਖਿਆ ਵੀ ਕਿਹੜੇ ਸਿੰਪਟਮਸ ਹੁੰਦੇ ਆ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬੱਚਾ ਜਿਹੜਾ ਐਂਜ਼ਾਇਟੀ ਦੇ ਦੌਰ ਚੋਂ ਗੁਜ਼ਰ ਰਿਹਾ ਹੈਗਾ ਕਈ ਵਾਰੀ ਜਿੱਦਾਂ ਹੁਣ ਉਹਨਾਂ ਦੀ ਖੁਰਾਕ ਵੀ ਘੱਟ ਸਕਦੀ ਆ ਜਿੱਦਾਂ ਉਹ ਤੁਹਾਨੂੰ ਦੇਖਣ ਨੂੰ ਲੱਗਦੇ ਵੀ ਉਹ ਠੀਕ ਨਹੀਂ ਲੱਗਦੇ ਤਾਂ ਗੁੱਸੇ 'ਚ ਵੀ ਹੋਊਗੇ ਰੋਈ ਜਾਂਦੇ ਆ ਜਾਂ ਫਿਰ ਜਦੋਂ ਟਾਈਮ ਹੁੰਦਾ ਸਕੂਲ ਜਾਣ ਦਾ ਉਹਨਾਂ ਨੇ ਕਹਿਣਾ ਮੇਰਾ ਆਹ ਦੁਖਦਾ ਤਾਂ ਮੇਰਾ ਉਹ ਦੁਖਦਾ ਹੈ ਬਹਾਨੇ ਜਿਹਨੂੰ ਅਸੀਂ ਕਹਿੰਦੇ ਬਹਾਨੇ ਬਣਾ ਰਹੀ ਹੈ ਸੋ ਆਲ ਥੀਸ ਆਰ ਸਾਈਨਸ ਵੀ ਉਹਨਾਂ ਨੂੰ ਉਹਨਾਂ ਦਾ ਮਨ ਨਹੀਂ ਕਰਦਾ ਕੋਈ ਵੀ ਕੰਮ ਹੋ ਸਕਦਾ ਆ ਸੋ ਉਹਨਾਂ ਨੇ ਮੁੜ ਕੇ ਉਹੀ ਬਿਹੇਵੀਅਰ ਕਰੀ ਜਾਣਾ ਤਾਂ ਤੁਹਾਨੂੰ ਫਿਰ ਪਤਾ ਲੱਗਦਾ ਵੀ ਕੁਛ ਸਹੀ ਨਹੀਂ ਹੈਗਾ ਸੋ ਉਹ ਸੈਪਰੇਸ਼ਨ ਹੁੰਦੀ ਆ ਵੀ ਕਈ ਨਿਆਣੇ ਨੂੰ ਔਖਾ ਲੱਗਦਾ ਵੀ ਮੈਂ ਆਪਣੀ ਮੰਮੀ ਡੈਡੀ ਨੂੰ ਉਹਨਾਂ ਤੋਂ ਦੂਰ ਨਹੀਂ ਮੈਂ ਹੋ ਸਕਦਾ ਜਾਂ ਹੋ ਸਕਦੀ ਸੋ ਦੋਜ਼ ਆਰ ਦ ਸਾਈਨਸ ਰੀਲੀ ਨਾਲੇ ਘਬਰਾਹਟ ਆ ਸਕਦੀ ਆ ਜਿੱਦਾਂ ਸਵੈਟਿੰਗ ਆ ਸਕਦੀ ਆ ਕਈ ਵਾਰੀ they can wet themselves on things like that so ਸਾਰਾ ਕਨਸੈਂਟਰੇਸ਼ਨ ਜਿਹੜੀ ਆ ਉਹਨਾਂ ਦੀ ਕੰਮ ਦੇ ਵਿੱਚ ਆਪਣੇ ਹੋਮਵਰਕ 'ਚ ਨਹੀਂ ਲੱਗਦੀ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹਦੇ ਤੋਂ ਟੀਚਰ ਨੂੰ ਵੀ ਪਤਾ ਲੱਗ ਜਾਂਦਾ ਵੀ ਬੱਚੇ 'ਚ ਕੁਛ ਨਾ ਕੁਛ ਤਬਦੀਲੀ ਆਈ ਹੈ ਸੋ ਜਿਹੜੇ ਪੇਰੈਂਟਸ ਨੇ ਉਹ ਆਪਣੇ ਸਾਈਨ ਪੋਸਟ ਕਰ ਸਕਦੇ ਆ ਜੀਪੀ ਨੂੰ ਵੀ ਕਿ ਟੀਚਰਸ ਕਰਦੇ ਹੈਗੇ ਉਹ ਜਾਂ ਦੋਵੇਂ ਹੀ ਕਰ ਸਕਦੇ ਅਗਰ ਉਹਨਾਂ ਨੂੰ ਲੱਗੇ ਵੀ ਬੱਚੇ ਨੂੰ ਐਂਜ਼ਾਇਟੀ ਹੋ ਰਹੀ ਹੈ ਦੋਨੇ ਕਰ ਸਕਦੇ ਆ ਸੋ ਕਈ ਵਾਰੀ ਜੇ ਫਿਰ ਆਪਾਂ ਕਹੀਏ ਪ੍ਰਾਇਮਰੀ ਸਕੂਲ ਦੇ ਵਿੱਚ ਜਾਂ ਸੈਕੰਡਰੀ ਸਕੂਲ ਦੇ ਵਿੱਚ ਫਿਰ ਉੱਥੋਂ ਸਪੋਰਟ ਮਿਲ ਸਕਦੀ ਆ ਉੱਥੇ ਉਹ ਟਰਾਈ ਕਰ ਸਕਦੇ ਆ ਗੱਲਬਾਤ ਨਿਆਣੇ ਨੂੰ ਕਰਨ ਨੂੰ ਕਿ ਦਿਸ ਇਜ਼ ਅ ਸੇਫ ਪਲੇਸ ਕਿ ਇੱਥੇ ਕੁਛ ਹੋਰ ਨਹੀਂ ਲੱਗਾ ਹੈ ਨਾ ਕਿ ਡੋਂਟ ਵਰੀ ਸੋ ਸਕੂਲ ਦੇ ਵਿੱਚ ਵੀ ਮੈਂਟੋਰ ਹੁੰਦੇ ਆ ਪਰ ਤੁਸੀਂ ਪੈਰੈਂਟਸ ਤੁਸੀਂ ਵੀ ਗੱਲਬਾਤ ਕਰ ਸਕਦੇ ਸਕੂਲ ਜਿਹੜਾ ਘਰ ਜੋ ਕੁਛ ਵੀ ਘਰ ਹੁੰਦਾ ਹੈ ਜਾਂ ਸਕੂਲੇ ਜਿੱਥੇ ਉਹਨਾਂ ਨੂੰ ਨਹੀਂ ਪਤਾ ਕੋਈ ਗੱਲ ਘਰ ਹੋਈ ਹੋਊਗੀ ਜਿੱਥੇ ਉਹਨੂੰ ਸਕੂਲ 'ਤੇ ਅਸਰ ਪੈਂਦਾ ਆ ਗਏ ਨੂੰ ਸੋ ਸਕੂਲ ਹੋ ਸਕਦਾ ਉਹਨਾਂ ਨੇ ਤੁਹਾਡੀ ਸਪੋਰਟ ਕਰਨੀ ਤੁਸੀਂ ਸਕੂਲ ਨੂੰ ਵੀ ਜਾ ਸਕਦੇ ਆ ਤਾਂ ਫਿਰ ਜੀਪੀ ਨੂੰ ਵੀ ਜਾ ਸਕਦੇ ਆ ਜਾਂ ਤੁਸੀਂ ਆਪਣੀ ਵੀ ਰਿਸਰਚ ਕਰ ਸਕਦੇ ਆ ਵੀ ਕੀ ਹੁੰਦਾ ਵੀ ਮੈਂ ਕੀ ਕਰ ਸਕਦਾ ਆ ਸੋ NHS ਵੈਬਸਾਈਟ 'ਤੇ ਬਹੁਤ ਕੁਛ ਲਿਖਿਆ ਆ and mind and other ਸਾਰੇ ਜਿਹੜੇ ਆਪਣੇ ਮੈਂਟਲ ਹੈਲਥ ਦੇ ਨਾਲ ਜਿਹੜੇ ਰਿਲੇਟਡ ਵੈਬਸਾਈਟ ਨੇ ਗੁਰਦਿਆਲ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਜਿਹੜੇ ਬੱਚੇ ਜਦੋਂ ਬੱਚੇ ਛੋਟੇ ਹੁੰਦੇ ਆ ਸੈਪਰੇਸ਼ਨ ਇਜ਼ ਅ ਮੇਨ ਪਾਰਟ ਜਿਹਦੇ ਨਾਲ ਐਂਜ਼ਾਇਟੀ ਬੱਚੇ ਦੀ ਬਿਲਟ ਹੁੰਦੀ ਹੈ ਤੇ ਪੇਰੈਂਟਸ ਕਿਸ ਤਰੀਕੇ ਦੇ ਨਾਲ ਬਿਕੋਜ਼ ਹੁਣ ਸੈਪਟੈਂਬਰ ਦੇ ਵਿੱਚ ਸਕੂਲ ਨਵੇਂ ਖੁੱਲ੍ਹਦੇ ਹੈਗੇ ਆ ਨਵੀਂ ਕਲਾਸਾਂ ਬੱਚੇ ਜੁਆਇਨ ਕਰਦੇ ਹੈਗੇ ਆ ਤੇ ਉਸ ਦੌਰਾਨ ਜੇਕਰ ਪੇਰੈਂਟਸ ਨੇ ਬੱਚੇ ਨੂੰ ਪ੍ਰਪੇਅਰ ਕਰਨਾ ਹੋਏ ਤੇ ਕਿਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਤਾਂ ਕਿ ਉਹ ਬੱਚੇ ਨੂੰ ਐਂਜ਼ਾਇਟੀ ਦਾ ਸਾਹਮਣਾ ਨਾ ਕਰਨਾ ਪਏ ਸੋ ਦੇ ਆਰ ਵੈਲ ਪ੍ਰਪੇਅਰਡ ਬਿਫੋਰ ਹੈਂਡ ਕਿ ਬੱਚਾ ਜਦੋਂ ਸਕੂਲ ਜਾਏ ਉੱਥੇ ਉਹ ਈਜ਼ੀਲੀ ਆਪਣਾ ਐਟਮੋਸਫੇਅਰ ਨੂੰ ਐਡਜਸਟ ਕਰ ਸਕੇ ਉਹਨੂੰ ਐਂਜ਼ਾਇਟੀ ਨਾ ਹੋਏ ਸੋ ਮਤਲਬ ਵੀ ਤੁਸੀਂ ਪਿਆਰ ਨਾਲ ਨਿਆਣੇ ਨੂੰ ਦੱਸੋ ਵੀ ਹਾਂ ਵੀ ਇਹ ਅਸੀਂ ਸਾਰੇ ਸਕੂਲ ਗਏ ਆ ਸਾਨੂੰ ਨਹੀਂ ਕੁਛ ਹੋਇਆ ਤੈਨੂੰ ਵੀ ਨਹੀਂ ਕੁਛ ਹੋਣਾ ਹੈ ਨਾ ਬਟ ਮੇਕ ਹਿਮ ਐਕਸਾਈਟਿਡ ਵੀ ਸਕੂਲੇ ਅਸੀਂ ਕਾਹਤੇ ਜਾਈਦਾ ਆ ਇਸ ਸਟੈਪਿੰਗ ਸਟੋਨ ਵੀ ਆਪਾਂ ਘਰ ਬਹਿ ਕੇ ਤਾਂ ਨਹੀਂ ਪੜ੍ਹ ਸਕਦੇ ਕੋਈ ਨਿਆਣੇ ਹੁੰਦੇ ਹੈਗੇ ਆ ਜਿਹੜੇ ਨਹੀਂ ਕਦੇ ਗਏ ਹੈ ਨਾ ਹੋਮ ਸਕੂਲਿੰਗ ਕਰਦੇ ਆ ਬਟ ਆਪਾਂ ਟਰਾਈ ਤਾਂ ਕਰਨੀ ਆ ਵੀ ਜਿੱਥੇ ਉਹਨਾਂ ਨੂੰ ਉਹ ਮਿਕਸ ਹੋ ਸਕਦੇ ਆ ਫਿਰ ਉੱਥੋਂ ਉਹਨਾਂ ਨੂੰ ਦੱਸ ਸਕਦੇ ਵੀ ਤੇਰੇ ਫਰੈਂਡ ਵੀ ਉੱਥੇ ਹੋਣੇ this is part of life ਕਿ ਕਮਿਊਨਿਟੀ ਬਣ ਕੇ ਸਾਨੂੰ ਰਹਿਣਾ ਪੈਣਾ ਅਸੀਂ ਇਕੱਲੇ ਤਾਂ ਕਦੇ ਰਹਿ ਨਹੀਂ ਸਕਦੇ ਸੋ ਤੁਸੀਂ ਉਹਨਾਂ ਨੂੰ ਪਿਆਰ ਨਾਲ ਸਾਰਾ ਕੁਛ ਕਰਨਾ ਉਹਨਾਂ ਦਾ ਲੰਚ ਬਾਕਸ ਐਂਡ ਨਾਈਸ ਕਲੋਥਸ ਸੋ ਮੇਕ them excited to be going to school so that ਜਦੋਂ ਜਾਂਦੇ ਆ then they feel okay ਤੇ ਨਾਲੇ ਉਹਨਾਂ ਨੂੰ ਇੱਦਾਂ ਵੀ ਦੱਸਣਾ ਹੈ ਕਿ ਜੇ ਕੁਛ ਹੋ ਵੀ ਗਿਆ ਮੇਰਾ ਨੰਬਰ ਹੁੰਦਾ ਸਕੂਲੇ ਤੁਹਾਡੇ ਡੈਡੀ ਦਾ ਵੀ ਹੁੰਦਾ ਆ ਜੇ ਅਸੀਂ ਵੀ ਨਹੀਂ ਹੈਗੇ ਵੀ ਹੋਰ ਕਿਸੇ ਦਾ ਵੀ ਨੰਬਰ ਹੈਗਾ ਮੋਬਾਈਲ ਫੋਨ ਹੁਣ ਕਈ ਵਾਰੀ ਸੈਕੰਡਰੀ ਸਕੂਲ ਨਿਆਣੇ ਸਾਰਿਆਂ ਦੇ ਕੋਲ ਮੋਬਾਈਲ ਫੋਨ ਹੁੰਦੇ ਆ ਕਿ ਮੰਮੀ ਡੈਡੀ ਨੂੰ ਫੋਨ ਕਰਦੇ ਹੁੰਦੇ ਜਦੋਂ ਆਉਂਦੇ ਆ ਘਰ ਨੂੰ ਸੋ ਸਾਡੀ ਜੌਬ ਹੈਗੀ ਆ ਵੀ ਅਸੀਂ ਨਿਆਣੇ ਨੂੰ ਸ਼ਾਂਤ ਦੇ ਨਾਲ ਅਸੀਂ ਕਹਿਣਾ ਵੀ ਲੋਕ ਸਕੂਲੇ ਜਾਣਾ ਆ ਤੁਸੀਂ ਪਿਆਰ ਨਾਲ ਦੱਸਣਾ ਆ ਵੀ nothing is going to happen ਤਾਂ ਹੌਲੀ ਨਿਆਣਾ ਸਮਝ ਜਾਊਗਾ ਪਰ ਜੇ ਨਹੀਂ then you have to get help
ये ਹੁਣ ਜਿਹੜੇ ਸਾਡੇ ਵਿਊਅਰਸ ਦੇਖ ਰਹੇ ਨੇ ਦੇ ਪ੍ਰੋਬਬਲੀ ਪ੍ਰੀਪੇਅਰ ਐਟਲੀਸਟ ਥੋੜਾ ਤੁਸੀਂ 2-3 ਮਹੀਨੇ ਪਹਿਲੇ ਹੀ ਜਦੋਂ ਜੁਲਾਈ ਦੇ ਵਿੱਚ ਤੁਹਾਨੂੰ ਪਤਾ ਵੀ ਬੱਚੇ ਨੇ ਸੈਪਟੈਂਬਰ 'ਚ ਸਕੂਲ ਜਾਣਾ 2 ਮੰਥਸ ਇਜ਼ ਆਈ ਥਿੰਕ ਇਨਫ ਟੂ ਪ੍ਰੀਪੇਅਰ ਤੁਸੀਂ ਇੱਕ ਵੀਕ ਕੇ ਬੱਚਿਆਂ ਦੇ ਜਿੱਦਾਂ ਬੈਗ ਲੈ ਆਓ ਇੱਕ ਵਾਰੀ ਯੂਨੀਫਾਰਮ ਉਹਨਾਂ ਨੂੰ ਦਿਖਾਓ ਵੀ ਜਦੋਂ ਤੂੰ ਜਿੱਦਾਂ ਵੱਡੇ ਹੋਣਾ ਇੱਦਾਂ ਤੇਰੀ ਯੂਨੀਫਾਰਮ ਚੇਂਜ ਹੋਏਗੀ ਇੱਦਾਂ ਕਲਾਸ ਚੇਂਜ ਹੋਏਗੀ ਫਿਰ ਤੂੰ ਆਪਣੇ ਸੈਕੰਡਰੀ ਸਕੂਲ ਜਾਣਾ GCSE ਕਰਨੀ ਹੈ A ਲੈਵਲ ਕਰਨਾ ਫਿਰ ਸਾਡੇ ਵਰਗੂ ਕੰਮ ਵੀ ਕਰਨਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਸਟੈਪ ਬਾਏ ਸਟੈਪ ਦੱਸ ਸਕਦੇ ਹੋ ਸੋ ਜਿਹੜੀ ਥੋੜੀ ਇਨਫੋਰਮੇਸ਼ਨ ਦੋ ਐਕੂਰੇਟ ਇਨਫੋਰਮੇਸ਼ਨ ਦੋ ਬੱਚੇ ਨੂੰ ਤਾਂ ਕਿ ਉਹ ਐਡਜਸਟ ਹੋ ਸਕੇ ਕਈ ਵੀਡੀਓਜ਼ ਵਗੈਰਾ ਵੀ NHS ਵੱਲੋਂ ਵੀ ਹੈ ਜਿਹੜੇ ਐਜੂਕੇਸ਼ਨਲ ਡਿਪਾਰਟਮੈਂਟ ਨੇ ਉਹਨਾਂ ਵੱਲੋਂ ਵੀ ਹੈ ਤੁਸੀਂ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਪ੍ਰਿਪੇਅਰ ਕਰ ਸਕਦੇ ਹੋ ਸਟੈਪ ਬਾਏ ਸਟੈਪ 10 ਸਟੈਪਸ ਕਈਆਂ ਨੇ ਦੱਸੇ ਹੋਏ ਆ ਬੱਚਿਆਂ ਦੇ ਵੀ ਇੱਕ ਸਟੈਪ ਜਦੋਂ ਤੁਸੀਂ ਬੱਚੇ ਨੇ ਸੈਪਟੈਂਬਰ 'ਚ ਸਟਾਰਟ ਕਰਨਾ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਉਹਨੂੰ ਬੱਚੇ ਨੂੰ ਦੱਸ ਸਕਦੇ ਹੋ ਵੀ ਇਹ ਪਹਿਲਾ ਸਟੈਪ ਹੈ ਤੁਹਾਡੇ ਲਈ ਵੀ ਪਹਿਲਾ ਉਹਦੇ ਲਈ ਵੀ ਪਹਿਲਾ ਸੋ ਤੁਸੀਂ ਸਕੂਲ ਜਾ ਕੇ ਵੇਖ ਆ ਸਕਦੇ ਹੋ ਫਿਊ ਟਾਈਮ ਅਗਰ ਤੁਹਾਨੂੰ ਲੱਗਦਾ ਵੀ ਬੱਚੇ ਨੂੰ ਜ਼ਿਆਦਾ ਟਾਈਮ ਚਾਹੀਦਾ ਹੈਗਾ ਉਹਨਾਂ ਦਾ ਪਲੇਗਰਾਊਂਡ 'ਚ ਉਹਨਾਂ ਨੂੰ ਚੀਜ਼ਾਂ ਦਿਖਾ ਸਕਦੇ ਹੋ ਸੋ ਉਹਨਾਂ ਦੀ ਐਨਜ਼ਾਇਟੀ ਜਿਹੜੀ ਹੈ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਪਤਾ ਹੋਵੇ ਮੈਂ ਕਿੱਥੇ ਜਾਣਾ ਸੋ ਦੇ ਕੈਨ ਸ਼ੋ ਅਰਾਊਂਡ ਕਈ ਵਾਰੀ ਵੀਡੀਓਜ਼ ਵੀ ਸਕੂਲ ਵਾਲੇ ਜਿਹੜੇ ਹੈ ਤੁਹਾਨੂੰ ਅਲਾਉਡ ਕਰ ਦਿੰਦੇ ਤਾਂ ਕਿ ਬੱਚਾ ਦੇਖ ਸਕੇ ਵੀ ਹਾਂ ਸਕੂਲ ਮੇਰਾ ਇੱਦਾਂ ਦਾ ਕਲਾਸਰੂਮ ਇੱਦਾਂ ਦੇ ਹੈ ਸੋ ਟੀਚਰਸ ਜਿਹੜੇ ਆ ਉਹ ਵੀ ਅੱਜ ਕੱਲ੍ਹ ਆਪਣਾ ਇੰਟਰੋਡਕਸ਼ਨ ਦਿੰਦੇ ਹੈਗੇ ਤਾਂ ਹੁਣ ਇੱਦਾਂ ਆ ਕਿ ਜਿਹੜੇ ਪ੍ਰਾਇਮਰੀ ਸਕੂਲ ਆ ਹੁਣ ਜ਼ਿਆਦਾ ਸਕੂਲ ਇੱਦਾਂ ਕਰਦੇ ਆ ਕਿ ਤੁਸੀਂ ਸੈਕੰਡਰੀ ਸਕੂਲ ਜਿਹੜੇ ਸਕੂਲੋਂ ਤੁਸੀਂ ਜਾਣਾ ਆ ਸੋ ਉੱਥੇ ਇੱਕ ਹਫ਼ਤਾ ਤੁਸੀਂ ਜਾ ਸਕਦੇ ਆ ਸੈਪਟੈਂਬਰ ਤੋਂ ਪਹਿਲਾਂ ਸਾਰੇ ਸਕੂਲ ਹੁਣ ਜ਼ਿਆਦਾ ਸਕੂਲ ਇੱਦਾਂ ਕਰਦੇ ਆ ਪਰ ਜਿਹੜੀ ਆਪਾਂ ਐਂਗਜ਼ਾਇਟੀ ਦੀ ਜਿਹੜੀ ਗੱਲ ਆ ਆਪਾਂ ਆਪਣੇ ਨਿਆਣੇ ਨੂੰ ਪਹਿਲਾਂ ਹੀ ਮਿਕਸਅਪ ਕਰਨਾ ਚਾਹੀਦਾ ਆ ਕਿ ਜਿੱਦਾਂ ਹੁਣ ਜਦੋਂ ਮੇਰੇ ਨਿਆਣੇ ਛੋਟੇ ਹੁੰਦੇ ਸੀਗੇ ਉਹ ਆਪਣੀ ਨਾਨੀ ਦੇ ਕੋਲ ਜਾਂਦੇ ਹੁੰਦੇ ਸੀਗੇ ਉੱਥੇ ਰਾਤ ਰਹਿੰਦੇ ਹੁੰਦੇ ਸੀ ਫਰਾਈਡੇ ਫਿਰ ਉਹਨਾਂ ਨੂੰ ਪਤਾ ਸੀ ਥੋੜ੍ਹਾ ਕਿ ਜਿਹਾ ਇੰਡੀਪੈਂਡੈਂਸ ਹੁੰਦੀ ਸੀ ਉਹਨਾਂ ਨੂੰ ਪਹਿਲਾਂ ਇੱਕ ਅੱਧੀ ਵਾਰੀ ਨਿਆਣੇ ਰੋਏ ਸੀ ਵੀ ਹਾਂ ਵੀ ਅਸੀਂ ਘਰ ਨੂੰ ਜਾਣਾ ਮੁੜ ਕੇ ਉਹਨਾਂ ਨੂੰ ਫਿਰ ਪਤਾ ਲੱਗਦਾ ਵੀ ਨਾਈਸ ਹੁੰਦਾ ਨਾਨੀ ਸਾਡੀ ਲੁੱਕ ਆਫਟਰ ਕਰਦੀ ਹੈ ਨਾਨੀ ਸਾਨੂੰ ਆਹ ਖਾਣ ਨੂੰ ਬੁਲਾਉਂਦੀ ਹੈ ਸੋ ਇਟ ਵਾਜ਼ ਅ ਗੁੱਡ ਐਕਸਪੀਰੀਅੰਸ ਹੈ ਨਾ ਫਿਰ ਜੇ ਤੁਸੀਂ ਨਿਆਣੇ ਛੋਟੇ ਹੁੰਦੇ ਤੁਸੀਂ ਮਿਕਸ ਕਰਦੇ ਆ ਆਪਣੀ ਮਾਸੀ ਦੇ ਕੋਲ ਜਾਂ ਮਾਮੇ ਦੇ ਕੋਲ ਸ਼ੇਅਰ them out ਆਪਣੇ ਨਿਆਣੇ ਆਪਣੇ ਕੋਲ ਜ਼ਿਆਦਾ ਨਾ ਰੱਖੋ ਕਿਉਂਕਿ ਕਈ ਵਾਰੀ ਸਾਡੀ ਲਾਈਫ ਦੇ ਵਿੱਚ ਐਮਰਜੈਂਸੀਆਂ ਆਉਂਦੀਆਂ ਆ ਜਿੱਥੇ ਤੁਸੀਂ 24/7 ਆਪਣੇ ਨਿਆਣੇ ਲਈ ਨਹੀਂ ਹੋ ਸਕਦੇ ਹੈ ਨਾ ਮਹਾਰਾਜ ਕਰੇ ਨਾ ਹੋਵੇ ਕੁਛ ਇੱਦਾਂ ਬਟ ਸਟਿਲ ਸਾਨੂੰ ਪ੍ਰਿਪੇਅਰ ਹੋਣਾ ਚਾਹੀਦਾ ਆ ਕਿ ਐਮਰਜੈਂਸੀ ਜੇ ਮੈਨੂੰ ਨਿਆਣੇ ਕਿਸ ਦੇ ਕੋਲ ਛੱਡਣੇ ਪਏ ਵੀ ਇਹ ਹੋਣੀ ਚਾਹੀਦੀ ਹੈ ਬੈਕਅਪ ਪਲਾਨ ਹੋਣੀ ਚਾਹੀਦੀ ਆ ਆਪਣੇ ਆਪ ਉਹਨਾਂ ਦੇ ਕੋਲ ਐਡਜਸਟ ਹੋ ਸਕਣ ਕੱਲ ਛੋਟੇ ਹੋਣ ਤੋਂ ਪਹਿਲਾਂ ਜਦੋਂ soon as ਸਾਡਾ ਤੁਹਾਡਾ ਬੇਬੀ ਹੁੰਦਾ ਹੈ soon as they're small share your children ਆ ਉਹਦੇ ਨਾਲ ਬਹੁਤ ਨਿਆਣੇ ਤੇ ਅਸਰ ਬਹੁਤ ਪੋਜ਼ਿਟਿਵ ਮਿਲਦਾ ਆ ਕਿਉਂਕਿ ਉਹਨਾਂ ਨੂੰ ਹੁੰਦਾ ਨਹੀਂ ਉਹ ਕਿ ਸਿਰਫ ਮੇਰੀ ਮੰਮੀ ਡੈਡੀ ਆ ਉਹਨਾਂ ਦੇ ਵੀ ਇਜ਼ ਗੁੱਡ ਫॉर their the whole of their personality as long as they're safe so that's really important ਇਹਦੇ ਨਾਲ ਜਦੋਂ ਤੁਸੀਂ ਜਦੋਂ ਹੁਣ ਗੁਰਦੁਆਰੇ ਜਾਂਦੇ ਆ ਉਹ ਪੰਜਾਬੀ ਸਕੂਲੇ ਜਾਂਦੇ ਉੱਥੇ ਵੀ ਫਰੈਂਡ ਹੁੰਦੇ ਆ ਜਾਂ ਨਰਸਰੀ ਜਾਂਦੇ ਆ ਜਾਂ ਪਾਰਟੀਆਂ ਤੇ ਜਾਂਦੇ ਤੁਸੀਂ ਐਨਕਰੇਜ ਕਰੋ ਨਿਆਣੇ ਨੂੰ ਮਿਕਸਅਪ ਹੋਣ ਨੂੰ ਹੈ ਨਾ ਪਰ ਜੇ ਤੁਸੀਂ ਆਪ ਕੋਲ ਨੂੰ ਜ਼ਿਆਦਾ ਰੱਖਦੇ ਆਪਣੇ ਨਿਆਣਿਆਂ ਨੂੰ ਉਹਦੇ ਤੇ ਵੀ ਉਹੀ ਅਸਰ ਪੈ ਸਕਦਾ ਨਿਆਣਿਆਂ ਤੇ ਈਜ਼ੀ ਫੀਲ ਨਹੀਂ ਕਰਦਾ ਜਦੋਂ ਫਿਰ ਉਹ ਨਰਵਸ ਹੁੰਦੇ ਆ ਜਦੋਂ ਕਿਤੇ ਨਵੇਂ ਥਾਂ ਜਾਂਦੇ ਆ ਸੋ ਇਟਸ ਬੈਟਰ ਦੈਟ ਯੂ ਇਨਕਰੇਜ ਯੂਰ ਚਿਲਡਰਨ ਟੂ ਮਿਕਸ ਅਪ ਟਾਕ ਟੂ ਪੀਪਲ ਐਂਡ ਸੋ ਜਦ ਤੱਕ ਉਹਨਾਂ ਨੇ ਸਕੂਲ ਜਾਣਾ ਦੇ ਵੀ ਫਾਈਨ ਉਹਨਾਂ ਨੂੰ ਲੱਗਣਾ ਹੀ ਨਹੀਂ ਕੁਛ ਵੀ ਨਾਲੇ ਹੁਣ ਤੇ ਗੁਰਦਿਆਲ ਕਾਫੀ ਚੀਜ਼ਾਂ ਅਵੇਲੇਬਲ ਨੇ ਅਗਰ ਤੁਹਾਡੀ ਐਕਸਟੈਂਡਡ ਫੈਮਿਲੀ ਨਹੀਂ ਵੀ ਹੈ ਅਗਰ ਤੁਸੀਂ ਸਿੰਗਲ ਪੇਰੈਂਟਸ ਹੋ ਤਾਂ ਵੀ ਤੁਹਾਨੂੰ ਮਦਰ ਐਂਡ ਟੌਡਲਰ ਗਰੁੱਪਸ ਵਗੈਰਾ ਪਲੇ ਗਰੁੱਪ ਹੈ ਉਹਦੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਭੇਜ ਸਕਦੇ ਹੋ ਯੂ ਕੈਨ ਫਾਈਂਡ ਤੁਹਾਡੇ ਲੋਕਲ ਜਿਹੜੇ ਪਲੇ ਗਰੁੱਪ ਨੇ ਅਗਰ ਤੁਸੀਂ ਇੰਟਰਨੈਟ ਤੇ ਪਾਓ ਮਦਰ ਐਂਡ ਟੌਡਲਰ ਗਰੁੱਪ ਪਲੇ ਗਰੁੱਪ ਤੇ ਉਹਦੇ 'ਚ ਤੁਸੀਂ ਪਹਿਲੇ ਤੋਂ ਹੀ ਅਗਰ ਆਪਣੇ ਬੱਚੇ ਨੂੰ ਸਟਾਰਟ ਕਰਦੇ ਹੋ ਭੇਜਣਾ ਤੇ ਉਹਨੂੰ ਵੀ ਪਤਾ ਲੱਗਦਾ ਵੀ ਸਕੂਲ ਨਾਲੇ ਕਈ ਜਿਹੜੇ ਹੁੰਦੇ ਆ ਅਟੈਚ ਹੁੰਦੇ ਆ ਸਕੂਲ ਦੇ ਨਾਲ ਤੇ ਉਹ ਦੇਖਦੇ ਰਹਿੰਦੇ ਆ ਬੱਚੇ ਆ ਰਹੇ ਨੇ ਜਾ ਰਹੇ ਨੇ ਯੂਨੀਫਾਰਮ ਪਾਈ ਹੋਈ ਆ ਉਹਨਾਂ ਨੇ ਬੈਗ ਕੈਰੀ ਕੀਤਾ ਹੋਇਆ ਸੋ ਉਹਨਾਂ ਦੀ ਐਨਜ਼ਾਇਟੀ ਹੌਲੀ ਹੌਲੀ ਦੂਰ ਹੋ ਜਾਂਦੀ ਹੈ ਵੀ ਹਾਂ ਹੁਣ ਮੈਂ ਪਲੇ ਗਰੁੱਪ ਤੋਂ ਫਿਰ ਆਪਣੀ ਨਰਸਰੀ ਜਾਣਾ ਫਿਰ ਗਾਂ ਮੈਂ ਇੱਦਾਂ ਵੱਧਦੇ ਜਾਣਾ ਸੋ ਐਨਜ਼ਾਇਟੀ ਜਿਹੜੀ ਆ ਉਹਨਾਂ ਦੀ ਇਸ ਤਰੀਕੇ ਨਾਲ ਵੀ ਦੂਰ ਕਰ ਸਕਦੇ ਜੇਕਰ ਤੁਹਾਡੀ ਐਕਸਟੈਂਡਡ ਫੈਮਿਲੀ ਨਹੀਂ ਹੈਗੀ ਕਿਉਂਕਿ ਗਾਂ ਜੇ ਹੁਣ ਨਿਆਣੇ ਨੇ ਕਾਲਜ ਜਾਣਾ ਯੂਨੀਵਰਸਿਟੀ ਜਾਣਾ ਆ ਉਹਦੇ ਨਾਲ ਵੀ ਐਂਗਜ਼ਾਇਟੀ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਜ਼ਿਆਦਾ ਕਰਦੇ ਨਿਆਣੇ ਦਾ ਫਿਰ ਕਈ ਵਾਰੀ ਜਦ ਤੱਕ ਯੂਨੀਵਰਸਿਟੀ ਜਾਂਦੇ ਆ ਉਹਨਾਂ ਨੂੰ ਕੁਛ ਵੀ ਨਹੀਂ ਕਰਨਾ ਹੁੰਦਾ ਕਰਕੇ ਅਸੀਂ ਸਾਰਾ ਕੁਛ ਉਹਨਾਂ ਦੇ ਕਰ ਦਿੰਦੇ ਆ ਕੱਪੜੇ ਧੋਣੇ ਖਾਣਾ ਬਣਾਉਂਦੇ ਕਈ ਵਾਰੀ ਨਿਆਣੇ ਨੂੰ ਚਾਹ ਤੱਕ ਵੀ ਨਹੀਂ ਆਉਂਦਾ ਸੋ ਇਟਸ ਇੰਪੋਰਟੈਂਟ ਦੈਟ ਵੀ ਆਪਾਂ ਨਿਆਣੇ ਨੂੰ ਇੰਡੀਪੈਂਡੈਂਟ ਕਰੋ ਕਿ ਉਹ ਆਪਣੇ ਪੈਰਾਂ ਤੇ ਖੜਨ ਪਰ ਜੇ ਅਸੀਂ ਵੀ ਢਿੱਲੇ ਮੱਠੇ ਹੋਈਏ ਸਾਡੀ ਵੀ ਲੁੱਕ ਆਫਟਰ ਕਰ ਸਕਦੇ ਆ ਸੋ ਦਿਸ ਇਜ਼ ਇਟਸ ਲਾਈਕ ਅ ਹੋਲ
way of looking That's at why things. ਕਈ ਵਾਰੀ ਜਦੋਂ ਮੁੰਡੇ ਜਾਂਦੇ ਆ ਨਾ ਯੂਨੀਵਰਸਿਟੀ ਉਹਨਾਂ ਨੂੰ ਜ਼ਿਆਦਾ ਘਬਰਾਹਟ ਹੁੰਦੀ Yeah. ਕੁੜੀਆਂ ਨਾਲੋਂ ਬਿਕੋਜ਼ ਉਹਨਾਂ ਨੂੰ ਖਾਣਾ ਵਗੈਰਾ ਬਣਾਉਣਾ ਨਹੀਂ ਆਉਂਦਾ ਪਰ ਉਹ ਆਪਣੇ- ਸਾਡੀ ਗਲਤੀ ਆ ਕਰਕੇ Yeah. ਅਸੀਂ ਨਿਆਣੇ ਨੂੰ ਨਹੀਂ ਮੁੰਡਿਆਂ ਨੂੰ ਨਹੀਂ ਅਸੀਂ ਕਿਹਾ ਜਿੰਨਾ ਅਸੀਂ ਕੁੜੀਆਂ ਨੂੰ ਕਿਹਾ ਆ ਸੋ ਉਹ ਦਿਸ ਇਜ਼ ਆਵਰ ਫਾਲਟ ਜੇ ਅਸੀਂ ਦੋਨਾਂ ਨੂੰ ਇਕੁਅਲ ਟਰੀਟ ਕਰੀਏ ਫਿਰ ਉਹ ਹੁੰਦਾ ਨਹੀਂ ਹੈਗਾ ਯੂ ਡੋਂਟ ਹੈਵ that problem ਸੋ ਦੇਖ ਲਓ ਵੀ ਟਰੀਟ ਸੇਮ ਕਰੋਗੇ ਤਾਂ ਐਂਜ਼ਾਈਟੀ Yeah. ਤਾਂ ਉੱਦਾਂ ਹੀ Yeah. ਦੂਰ Yeah. ਹੋ ਜਾਓਗੇ Yeah. ਬਿਕੋਜ਼ ਹੈਗਾ ਕਿ ਭਾਵੇਂ ਕੁੜੀ ਹੈ ਤੇ ਮੁੰਡਾ ਉਹਨਾਂ ਨੇ ਜਾਣਾ ਖਾਣਾ ਤਾਂ ਬਣਾਉਣਾ ਹੀ ਆ। ਖਾਣਾ ਬਣਾਉਣਾ ਤਾਂ ਉਹਨਾਂ ਨੂੰ ਕਦੀ ਵੀ ਲਾਈਫ 'ਚ ਪੈ ਸਕਦਾ ਇਟਸ Yeah. ਬੇਸਿਕ ਸਕਿੱਲ Yeah. ਜਿਹੜੀ Yeah. ਸਾਡੀ ਆਪਣੇ ਲਈ ਜ਼ਰੂਰੀ ਹੈਗੀ ਹੈ ਸਫਾਈ ਕਰੋ ਆਪਣਾ ਰੂਮ ਛੋਟੇ ਹੁੰਦੇ ਤਾਂ ਜੇ ਤੁਸੀਂ ਹੈਬਿਟ ਉਹ ਸ਼ੁਰੂ ਕਰਦੇ ਆ ਹਨਾ ਇਟਸ ਗੁੱਡ ਫॉर them ਕਈ ਵਾਰੀ ਸਾਨੂੰ ਹੁੰਦਾ ਆ ਮਾਮਾ ਨੂੰ ਜਾਂ ਡੈਡੀਆਂ ਨੂੰ ਹੁੰਦਾ ਵੀ ਜਿੰਨ ਚਿਰ ਅਸੀਂ ਹੈਗੇ ਆ ਅਸੀਂ ਕਰੀ ਜਾਂਦੇ ਪਰ ਤੁਸੀਂ ਹੈਲਪ ਨਹੀਂ ਕਰਦੇ ਆਪਣੇ ਨਿਆਣੇ ਨੂੰ ਕਰਕੇ ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਸਿੱਖਣਾ ਜ਼ਰੂਰੀ ਆ ਇਟਸ ਗੁੱਡ ਦੈਟ ਉਹ ਆਪਣੇ ਰੂਮ ਸੰਭਾਲ ਸਕਦੇ ਆ ਜਾਂ ਖਾਣਾ ਬਣਾ ਸਕਦੇ ਜਾਂ ਤੁਹਾਡੇ ਲਈ ਵੀ ਕੁਝ ਬਣਾ ਸਕਦੇ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਸਾਡੀ ਵੀ ਕੀਮਤ ਹੈਗੀ ਆ ਫੈਮਿਲੀ ਦੇ ਵਿੱਚ ਜ਼ਰੂਰੀ ਨਹੀਂ ਵੀ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਨਿਆਣਿਆਂ ਲਈ ਕਰਨੀਆਂ ਕਰਕੇ ਇਟਸ ਗੁੱਡ ਟੂ ਗਿਵ them ਇੰਡੀਪੈਂਡੈਂਸ ਐਜ਼ ਵੈਲ ਸੋ ਗੁਰਧਿਆਨ ਜਦੋਂ ਸੈਕੰਡਰੀ ਸਕੂਲ ਤੁਸੀਂ ਕਾਫੀ ਬੱਚਿਆਂ ਦੇ ਨਾਲ ਕੰਮ ਕੀਤਾ ਹੈਗਾ ਦੈਟਸ ਅਬਾਊਟ ਅ ਟੀਨੇਜਰ ਕਿ ਉਸ ਤੋਂ ਔਨਵਰਡਸ ਦੇ ਬੱਚਿਆਂ ਦੇ ਨਾਲ ਤੁਸੀਂ ਕੰਮ 11 ਕੀਤਾ ਤੋਂ ਸੀ? 18 ਸਾਲਾਂ 11 ਤੱਕ, ਉਹਦੇ 16 ਵਿੱਚ ਸਾਲ ਮੈਂ ਤੁਸੀਂ ਕੰਮ ਕੀ ਕੀਤਾ। ਦੇਖਿਆ ਵੀ ਕਿਸ ਤਰੀਕੇ ਦੀ ਐਂਜ਼ਾਈਟੀ ਕੀ ਐਗਜ਼ਾਮ ਦੀ ਜ਼ਿਆਦਾ ਐਂਜ਼ਾਈਟੀ ਤੁਹਾਨੂੰ ਵੇਖਣ 'ਚ ਮਿਲੀ ਹੈ ਬੱਚਿਆਂ ਨੂੰ ਹੁੰਦੀ ਹੈ ਜਾਂ ਉਸ ਟਾਈਮ ਤੇ ਕਈ ਵਾਰੀ ਬੱਚੇ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਆ ਕਿ ਜਦੋਂ GCSE ਦਾ ਟਾਈਮ ਹੁੰਦਾ ਜਾਂ A ਲੈਵਲ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਫਿਰ ਇਹੋ ਜਿਹੇ ਬੱਚਿਆਂ ਨਾਲ ਡੀਲ ਕਰਦੇ ਸੀਗੇ? ਜੇ ਤਾਂ ਇੱਦਾਂ ਹੁੰਦਾ ਹੈ ਵੀ ਪੈਰੈਂਟਸ ਨੂੰ ਆਪਾਂ ਕਹੀਦਾ ਆ ਵੀ ਤੁਸੀਂ ਖਿਆਲ ਰੱਖਿਓ ਆਪਣਾ ਨਿਆਣੇ ਦਾ ਹਨਾ ਕਿ ਪੜ੍ਹਨ ਜ਼ਰੂਰ ਪਰ ਬ੍ਰੇਕ ਵੀ ਮਿਲਣੇ ਚਾਹੀਦੇ ਆ ਉਹਨਾਂ ਨੂੰ ਹੈਲਪ ਹੁਣ ਤਾਂ ਬਹੁਤ ਜ਼ਿਆਦਾ ਹੈਲਪ ਮਿਲਦੀ ਉਹਦੇ ਸਕੂਲਾਂ ਤੋਂ ਕਰਕੇ ਉਹ ਫਿਰ 10 ਦੇ ਨਿਆਣੇ ਨੂੰ ਤੁਸੀਂ 20 ਮਿੰਟ ਪੜ੍ਹੋ 10 ਮਿੰਟ ਬ੍ਰੇਕ ਕਰੋ ਜਾਂ 2 ਘੰਟੇ ਬਾਹਰ ਜਾਵੋ ਆਪਣੇ ਫਰੈਂਡਾਂ ਨੂੰ ਇਹ ਨਹੀਂ ਹੈਗਾ ਵੀ ਤੁਸੀਂ ਸਿਰਫ ਆਪਣੀਆਂ ਬੁੱਕਾਂ 'ਤੇ ਰਹੋ 24 ਘੰਟੇ ਵੀ ਹੋਰ ਨਾ ਕੁਛ ਕਰੋ ਇਟਸ ਇੰਪੋਰਟੈਂਟ ਟੂ ਹੈਵ ਬੈਲੈਂਸ ਕਿ ਬਾਹਰ ਜੋ ਤੁਰਿਆ ਫਿਰੋ ਕਰੋ ਜਾਂ ਫਰੈਂਡਾਂ ਨੂੰ ਮਿਲੋ ਸੋ ਪੜ੍ਹਾਈ ਵੀ ਜ਼ਰੂਰੀ ਆ ਪਰ ਐਵਰੀਥਿੰਗ ਐਲਸ ਇਜ਼ ਇੰਪੋਰਟੈਂਟ ਐਜ਼ ਵੈਲ ਕਰਕੇ ਜੇ ਕਈ ਵਾਰੀ ਹੁੰਦਾ ਅਸੀਂ ਵੀ ਨਿਆਣੇ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਂਦੇ ਹਾਂ ਹਨਾ ਉਹਦੇ ਨਾਲ ਐਂਗਜ਼ਾਇਟੀ ਐਗਜ਼ਾਮ ਦੀ ਐਂਗਜ਼ਾਇਟੀ ਹੁੰਦੀ ਆ ਪਰ ਅਸੀਂ ਨਿਆਣੇ ਨੂੰ ਹੁੰਦਾ ਵੀ ਜੇ ਮੈਂ ਫੇਲ ਹੋ ਜਾਵਾਂ ਵੀ ਮੇਰੇ ਮੰਮੀ ਡੈਡੀ ਮੈਨੂੰ ਕੀ ਕਹੋਗੇ ਮੈਨੂੰ ਕਿੱਦਾਂ ਟਰੀਟ ਕਰੋਗੇ ਫਿਰ ਉਹ ਹੋਰ ਐਂਗਜ਼ਾਇਟੀ ਹੋ ਜਾਂਦੀ ਆ ਹੋਰ ਫਿਕਰ ਹੋ ਜਾਂਦਾ ਸੋ ਇਟਸ ਇੰਪੋਰਟੈਂਟ ਵੀ ਅਸੀਂ ਇਨਕਰੇਜ ਕਰੀਏ ਆਪਣੇ ਨਿਆਣੇ ਨੂੰ ਸਪੋਰਟ ਦੇਈਏ ਪਿਆਰ ਨਾਲ ਜਦੋਂ ਹੁਣ ਮੇਰੇ ਨਿਆਣੇ ਪੜ੍ਹਦੇ ਹੁੰਦੇ ਸੀ ਮੈਂ ਉਹਨਾਂ ਨੂੰ ਚਾਹ ਲੈ ਕੇ ਜਾਂਦੀ ਹੁੰਦੀ ਸੀ ਉੱਪਰ ਜਾਂ ਕੁਝ ਖਾਣ ਨੂੰ ਜੇ ਮੈਨੂੰ ਪਤਾ ਸੀ ਵੀ ਨਹੀਂ ਉਹ ਥੱਲੇ ਆਏ ਕੁਝ ਖਾਣਾ ਖਾਣ ਸੋ ਇਹ ਉਹੀ ਟਾਈਮ ਹੁੰਦਾ ਆ 2 ਮਹੀਨੇ ਵੀ ਅਸੀਂ ਉਹ ਹੈਲਪ ਕਰੀਏ ਉਹਨਾਂ ਦੀ ਇੱਦਾਂ ਨਾ ਹੋਵੇ ਵੀ ਆ ਨਹੀਂ ਕੀਤਾ ਉਹ ਨਹੀਂ ਕੀਤਾ ਸੋ all these things matter ਸੋ ਹੈਲਪ ਕਰਨੀ ਜੇ ਜ਼ਿਆਦਾ ਸਟਰਗਲ ਕਰਦੇ ਆ ਸਕੂਲੇ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ ਵੀ ਕੋਈ ਐਕਸਟਰਾ ਲੈਸਨ ਮਿਲ ਸਕਦੇ ਜਾਂ ਪ੍ਰਾਈਵੇਟ ਟਿਊਸ਼ਨ ਜੇ if you can do it ਜੇ ਤੁਹਾਡੀ financially you can manage that then that's good ਜੇ ਕੋਈ ਤੁਹਾਡੇ ਫਰੈਂਡ ਹੈਗੇ ਜਿਹੜੀ ਹੈਲਪ ਕਰ ਸਕਦੇ ਨਿਆਣੇ ਨੂੰ that's good as well but always make sure that there's work rest and play ਸੋ ਸਾਰਾ ਬੈਲੈਂਸ ਦੇ ਵਿੱਚ ਹੋਏ ਤੇ ਫਿਰ ਠੀਕ ਰਹਿੰਦਾ ਗੁਰਦਿਆਲ ਜਦੋਂ ਜਦੋਂ ਆਪਾਂ ਸਬਜੈਕਟਸ ਚੂਜ਼ ਕਰਦੇ ਦੈਟਸ ਦਾ ਮੋਸਟ ਟਾਈਮ ਪੇਰੈਂਟਸ ਵੀ ਬਹੁਤ ਐਂਜ਼ਾਇਟੀ ਦੇ ਵਿੱਚ ਹੁੰਦੇ ਆ ਤੇ ਬੱਚੇ ਵੀ ਬਿਕੋਜ਼ ਕਈ ਵਾਰੀ ਹੁੰਦਾ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਵਕੀਲ ਤੇ ਇਹ ਬਣਾਉਣਾ ਵੀ ਵਾਂਟ ਓਨਲੀ ਸਰਟਨ ਸਬਜੈਕਟ ਕਿ ਇਹੋ ਸਾਡਾ ਬੱਚਾ ਸਾਡੇ ਲਈ ਚੂਜ਼ ਕਰੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਲਈ ਸਟੱਡੀ ਕਰੇ ਨੋਟ ਫॉर ਹਿਮਸੈਲਫ ਤੁਸੀਂ ਕਿਸ ਤਰੀਕੇ ਦੇ ਨਾਲ ਪੇਰੈਂਟਸ ਨੂੰ ਐਡਵਾਈਸ ਦੋਗੇ ਕਿ ਬੱਚੇ ਨੂੰ ਐਂਜ਼ਾਇਟੀ ਨਾ ਹੋਏ ਸਬਜੈਕਟ ਚੂਜ਼ ਕਰੋ ਤੁਸੀਂ ਐਂਡ ਸੀ ਹਾਊ what's your advice you've seen I think lots of parents doing that ਪਹਿਲਾਂ ਤਾਂ ਗੱਲ ਹੈਗੀ ਆ ਇਹ ਬਹੁਤ ਵੱਡੀ ਗਲਤੀ ਆ ਕਿ ਜਿਹੜਾ ਅਸੀਂ ਨਿਆਣੇ ਨੂੰ ਪੁਸ਼ ਕਰਦੇ ਆ ਜਿਹੜਾ ਜੌਬ ਅਸੀਂ ਚਾਹੁੰਦੇ ਆ ਉਹ ਕਰਨ ਕਰਕੇ ਹੁਣ ਸਾਰੇ ਨਿਆਣੇ ਨਹੀਂ ਡਾਕਟਰ ਬਣ ਸਕਦੇ ਸਾਰੇ ਡਾਕਟਰ ਕੋਈ ਵੀ ਕੰਮ ਹੈ ਜੇ ਸਾਡੀ ਖੁਆਇਸ਼ ਨਹੀਂ ਹੈਗੀ ਜਾਂ ਸਾਡੇ ਨਿਆਣੇ ਦੀ ਖੁਆਇਸ਼ ਉਹ ਕਰ ਤਾਂ ਲਊਗਾ ਪਰ ਉਹਨੇ ਖੁਸ਼ ਨਹੀਂ ਹੋਣਾ ਤਾਂ ਤੁਸੀਂ ਪੁਸ਼ ਕੀਤਾ ਉਹਨਾਂ ਨੂੰ ਇਹ ਜੌਬ ਕਰਨ ਨੂੰ ਕੀ ਪਤਾ ਉਹ ਹੋਰ ਜੌਬ ਕਰਕੇ ਬਹੁਤ ਤਰੱਕੀ ਕਰ ਸਕਦਾ ਵੀ ਪਰ ਅਸੀਂ ਉਹਨਾਂ ਦੇ ਪੁਸ਼ ਕਰਕੇ ਅਸੀਂ ਫੋਰਸ ਕੀਤਾ ਉਹਨਾਂ ਨੂੰ ਉਹ ਸਬਜੈਕਟ ਲੈਣ ਨੂੰ ਪਰ ਨਾ ਉਹ ਖੁਸ਼ ਹੋ ਸਕਦੇ ਜਾਂ ਨਾ ਅਸੀਂ ਸੋ ਹੈਲਪ ਕਰਨੀ ਚਾਹੀਦੀ ਸਪੋਰਟ ਕਰਨੀ ਚਾਹੀਦੀ ਅਸੀਂ ਚਾਹੁੰਦੇ ਵੀ ਅਸੀਂ ਸਾਡੇ ਨਿਆਣੇ ਤਰੱਕੀ ਕਰਨ ਜਿੱਦਾਂ ਮਰਜ਼ੀ ਹੋਵੇ ਪਰ ਉਹਨਾਂ ਨੂੰ ਚੂਜ਼ ਕਰਨਾ ਚਾਹੀਦਾ ਦੇ ਸ਼ੁੱਡ ਹੈਵ ਦ ਰਾਈਟ ਟੂ ਚੂਜ਼ ਕਿ ਕਿਹੜੀ ਜੌਬ ਅਸੀਂ ਕਰਨੀ ਆ
ਹੈ ਨਾ, ਜਿੱਥੇ ਕੁ ਤੱਕ ਉਹਨਾਂ ਦੇ ਦਿਮਾਗ ਹੈਗਾ ਆ। ਸੋ ਹੂ ਨੋਜ਼, ਪਰ ਅਸੀਂ ਜਿੱਦਾਂ ਇਹ ਜਿਹੜੀ ਫੋਰਸ ਕਰਨੀ ਆ ਕਿ ਲੋਕਾਂ ਨੂੰ ਅਸੀਂ ਦੱਸਣਾ ਵੀ ਸਾਡਾ ਮੁੰਡਾ ਆਹ ਕਰਦਾ ਉਹ ਕਰਦਾ, ਜਾਂ ਇਟਸ ਨੋਟ ਰਾਈਟ, ਤਾਂ ਫਿਰ ਉੱਥੋਂ ਮੈਂਟਲ ਹੈਲਥ ਪ੍ਰੋਬਲਮ ਉੱਥੋਂ ਹੀ ਸ਼ੁਰੂ ਹੋ ਸਕਦੇ। ਕਈ ਵਾਰੀ ਨਿਆਣੇ ਜਾਂਦੇ ਯੂਨੀਵਰਸਿਟੀ ਕੋਰਸ ਕਰਨ, ਪਰ ਘਰ ਆ ਜਾਂਦੇ ਕਰਕੇ ਤੇ ਖਾਓ, ਪਰ ਉਹ ਡਰਦੇ ਡਰਦੇ ਦੱਸ ਨਹੀਂ ਸਕਦੇ ਕਰਕੇ ਪੈਰੈਂਟਸ ਨੇ ਐਡੀ ਵੱਡੀ ਖੁਆਇਸ਼ ਰੱਖੀ ਹੈ ਵੀ ਤੂੰ ਇਹੋ ਕਰਨਾ ਨਹੀਂ ਤੇ ਸੋ ਫਿਰ ਮਗਰੋਂ ਕਹਿਣਾ ਵੀ ਹਾਂ ਪਤਾ ਨਹੀਂ ਕੀ ਹੋ ਗਿਆ ਇਹਦੇ ਨਾਲੋਂ, you know, so it's better ਹੈ ਵੀ ਤੁਸੀਂ ਕਹੋ ਪੜ੍ਹੋ, ਸਹੀ ਰਾਹ ਪਵੋ, ਪਰ ਫੋਰਸ ਨਾ ਕਰੋ ਵੀ ਆਹ ਬਣੋ ਜਾਂ ਉਹ ਬਣੋ, ਕਰਕੇ ਜ਼ਿਆਦਾ ਜਿਹੜੇ ਨਿਆਣੇ ਨਹੀਂ ਕਰ ਸਕਦੇ ਘਰ ਆ ਜਾਂਦੇ ਆ। ਪਤਾ ਕਿ ਅਸੀਂ ਗੁਰਦਿਆਲ ਕਈ ਵਾਰੀ ਹੁੰਦਾ ਕਿ ਸਾਡੇ ਰਿਲੇਟਿਵ ਦੇ ਬੱਚੇ ਜਿਹੜੇ ਆ ਕਾਫੀ ਪੜ੍ਹੇ ਲਿਖੇ ਹੁੰਦੇ ਆ, ਅਸੀਂ ਕਹਿੰਦੇ ਵੀ ਸਾਡੇ ਬੱਚਾ ਇਹ ਚੂਜ਼ ਕਰ ਲੇਗਾ ਤੇ ਸਾਡੀ ਨੱਕ ਜਿਹੜੀ ਹੈ ਨਾ ਕੱਟੀ ਜਾਊਗੀ ਥੋੜ੍ਹੀ, ਉਹਦੇ ਕਰਕੇ ਅਸੀਂ ਆਪਣੇ ਬੱਚਿਆਂ 'ਤੇ ਵੀ ਪ੍ਰੈਸ਼ਰ ਰੱਖਦੇ ਅਤੇ ਆਪਣੇ ਆਪ 'ਤੇ ਵੀ ਸ਼ੁੱਡ ਗੋ ਵਿਦ ਅ ਫਲੋ, ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇਹ ਦੇਖੋ ਬੱਚਾ ਕਿਸ ਚੀਜ਼ 'ਚ ਉਹ ਚਾਹੁੰਦਾ, ਜੋ ਬਣਨਾ ਚਾਹੁੰਦਾ ਉਹਦੇ ਵਿੱਚ ਉਹਦੀ ਮਦਦ ਕਰੋ। ਸੋ ਬੀ ਪੋਜ਼ੀਟਿਵ ਕਿ ਉਹ ਕੁਛ ਚੂਜ਼ ਤਾਂ ਕਰ ਰਿਹਾ ਆਪਣੇ ਲਈ, ਜੋ ਹੀ ਔਰ ਸ਼ੀ ਵਾਂਟਸ ਟੂ ਡੂ ਇਟ। ਜੇ ਅਸੀਂ ਹੁਣ ਨਿਆਣੇ ਲਏ ਆ ਜਾਂ ਮਹਾਰਾਜ ਨੇ ਸਾਨੂੰ ਨਿਆਣੇ ਦਿੱਤੇ ਆ, ਯੂ ਨੋ, ਪਹਿਲਾਂ ਤਾਂ ਗੱਲ ਹੈਗੀ ਉਹਨਾਂ ਦੀ ਖੁਸ਼ੀ ਸਾਨੂੰ ਸਭ ਤੋਂ ਵੱਡੀ ਚੀਜ਼ ਸਾਡੇ ਲਈ ਹੋਣੀ ਚਾਹੀਦੀ ਆ, ਨਾ ਕਿ ਲੋਕਾਂ ਲਈ। ਆਈ ਮੀਨ ਲੋਕਾਂ ਨੂੰ ਦੇਖ ਕੇ ਅਸੀਂ ਕਦੇ ਵੀ ਨਹੀਂ ਖੁਸ਼ ਹੋ ਸਕਦੇ, ਕਰਕੇ ਕਿਸੇ ਨੇ ਜ਼ਿਆਦਾ ਤਰੱਕੀ ਕੀਤੀ ਆ, ਕਿਸੇ ਨੇ ਨਹੀਂ। ਸੋ ਅਸੀਂ ਤਾਂ ਆਪਣੀ ਫੈਮਿਲੀ ਨੂੰ ਖੁਸ਼ ਕਰਨਾ ਆ, ਹੈ ਨਾ, ਅਸੀਂ ਆਪਣੇ ਨਿਆਣਿਆਂ ਨੂੰ ਖੁਸ਼ ਕਰਨਾ। ਜੇ ਅਸੀਂ ਐਡੇ ਵੱਡੇ ਕਰਕੇ ਅਸੀਂ ਲੋਕਾਂ ਨੂੰ ਦੇਖੀ ਜਾਣਾ, ਫਿਰ ਸਾਡੀ ਖੁਸ਼ੀ ਕਿੱਥੇ ਗਈ? ਫਿਰ ਨਿਆਣਿਆਂ ਨੇ ਸਾਡੇ ਵੀ ਨਹੀਂ ਰਹਿਣਾ, ਕਰਕੇ ਉਹਨਾਂ ਨੇ ਕਹਿਣਾ ਵੀ ਸਾਡੇ ਪੈਰੈਂਟਸ ਤਾਂ ਸਾਡੀ ਕੇਅਰ ਤਾਂ ਕਰਦੇ ਨਹੀਂ, ਉਹਨਾਂ ਨੂੰ ਤਾਂ ਹੈਗਾ ਵੀ ਫਲਾਣੇ ਦਾ ਨਿਆਣੇ ਵਧੀਆ ਕਰਦਾ ਆ। ਸੋ ਮੇਰੀ ਨਾਨੀ ਕਹਿੰਦੀ ਹੁੰਦੀ ਸੀਗੀ ਫਲਾਣੇ ਦੇ ਨਿਆਣੇ ਇੱਦਾਂ ਕਰਕੇ, ਫਿਰ ਅਸੀਂ ਕਿਹਾ ਸੀ ਚਲੋ ਫਿਰ ਉਹਨਾਂ ਦੇ ਤੁਸੀਂ ਨਿਆਣੇ ਲੈ ਲਵੋ ਕਿ ਕਰਕੇ, ਫਿਰ ਹੁਣ ਅਸੀਂ ਕੀ ਕਹਿ ਸਕਦੇ ਹਾਂ, ਹੈ ਨਾ। ਸਾਡੀ ਤਾਂ ਫਿਰ ਜਿਹੜੀ ਸੋਚ ਆ ਵੀ ਅਸੀਂ ਤਾਂ ਅਪਸੈਟ ਹੀ ਹੋਣਾ ਹੈ ਕਿ ਜਦੋਂ ਕੰਪੈਰੀਜ਼ਨ ਤੁਸੀਂ ਕਰਦੇ ਹੋ ਕਿਸੇ ਦੇ ਨਾਲ, ਜਿੱਥੇ ਕਿ ਤੱਕ ਮੇਰਾ ਦਿਮਾਗ ਚੱਲਦਾ ਮੈਂ ਤਾਂ ਉੱਥੇ ਤੱਕ ਚਲਾ ਸਕਦੀ ਹਾਂ। ਹਾਂਜੀ, ਅਗਰ ਸਾਡਾ ਦਿਮਾਗ ਮੈਥ 'ਚ ਨਹੀਂ ਚੱਲਦਾ ਤੇ ਅਸੀਂ ਉਹਨੂੰ ਫੋਰਸ ਕਰਕੇ ਜਿੰਨਾ ਮਰਜ਼ੀ ਕਰ ਲਈਏ, ਇੱਕ ਇਨਸਾਨ ਸਟ੍ਰਾਈਟ ਵੇ ਮੈਥਸ ਦੇ ਕੁਐਸਚਨ ਦੇਖਦਾ, ਸਟ੍ਰਾਈਟ ਵੇ ਆਨਸਰ ਕਰ ਦਿੰਦਾ। ਮੇਰੇ ਵਰਗੇ ਨੂੰ ਹੁਣ 2-2 ਘੰਟੇ ਲੱਗ ਗਏ, I have to do, I can't do math, but that's okay। ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਖੂਬੀ ਹੈਗੀ ਆ, something special in everybody। ਜੇ ਮਹਾਰਾਜ ਨੇ ਸਾਨੂੰ you know give these children, ਕੋਈ ਹੋਵੇ you know disabled, you know even mental health issues, everybody's got some beauty in there somewhere, ਪਰ ਸਾਨੂੰ appreciate ਕਰਨਾ ਚਾਹੀਦਾ ਆ। ਪਰ ਜੇ ਅਸੀਂ ਲੋਕਾਂ ਨੂੰ ਦੇਖੀਏ ਫਿਰ ਅਸੀਂ ਲੋਕਾਂ ਨੂੰ ਦੇਖਦੇ ਰਹਿ ਜਾਣਾ ਆ, ਆਪਣੇ ਨਿਆਣੇ ਸਾਡੇ ਤੋਂ ਖੋਏ ਗਏ ਹੋਣੇ ਆ। ਹਾਂਜੀ, ਸੋ ਬਹੁਤ ਜ਼ਰੂਰੀ ਗੱਲ ਇਹ ਹੈਗੀ ਹੈ ਵੀ ਉਹਨਾਂ ਨੂੰ ਆਪ ਫਲੋਰਿਸ਼ ਹੋਣ ਦੇਈਏ, ਜੋ ਉਹ ਚਾਹੁੰਦੇ ਹੈਗੇ ਉਹਨਾਂ ਨੂੰ ਚੂਜ਼ ਕਰਨ ਦੇਈਏ, ਉਹਨਾਂ ਦੀ ਮਦਦ ਕਰੀਏ ਜੋ ਉਹ ਲਾਈਨ ਚੂਜ਼ ਕਰ ਰਹੇ ਆਪਣੇ, ਜਿਹੜੇ ਵੀ ਉਹਨਾਂ ਨੇ ਸਬਜੈਕਟਸ ਲੈਣੇ ਨੇ ਜਾਂ ਜਿਹੜੀ ਲਾਈਨ ਦੇ ਵਿੱਚ ਫਿਊਚਰ ਦੇ ਵਿੱਚ ਜਾਣਾ ਚਾਹੁੰਦੇ ਨੇ। ਤੇ ਇਹ ਵੀ ਇੰਜ਼ਾਇਟੀ ਜਿਹੜੀ ਹੈ ਬੱਚਿਆਂ ਦੀ ਕਾਫੀ ਹੱਦ ਤੱਕ ਹਟ ਸਕਦੀ ਹੈ। ਇਸ ਤੋਂ ਇਲਾਵਾ ਗੁਰਦਿਆਲ ਮੈਂ ਇੱਕ ਹੋਰ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ, ਜਦੋਂ ਬੱਚੇ ਗਰੋ ਹੋ ਰਹੇ ਹੁੰਦੇ ਆ, ਟੀਨੇਜਰ, ਉਹਨਾਂ ਦੇ ਹਾਰਮੋਨਸ ਜਿਹੜੇ ਹੁੰਦੇ ਚੇਂਜ ਹੁੰਦੇ ਆ, ਗਰਲਸ ਹੋਣ ਚਾਹੇ ਬੋਇਜ਼ ਹੋਣ, ਉਹਨੂੰ ਕਿਸ ਤਰੀਕੇ ਦੇ ਨਾਲ ਉਹ ਇੰਜ਼ਾਇਟੀ ਆਪਣੀ ਜਿਹੜੀ ਉਹਨਾਂ ਨੂੰ ਸੈਲਫ ਇਮੇਜ ਹੈ ਉਹਦਾ ਬੜਾ ਇਫੈਕਟ ਹੁੰਦਾ ਵੀ ਮੈਂ ਮੋਟੀ ਨਾ ਲੱਗਾ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈਗਾ ਮੀਡੀਆ ਉਹਦੇ ਤੋਂ ਅਸੀਂ ਵੇਖਦੇ ਵੀ ਸਲਿਮ ਕੁੜੀਆਂ, ਮੁੰਡਿਆਂ ਦੀ ਬਾਡੀ ਇੱਦਾਂ ਹੋਣੀ ਚਾਹੀਦੀ ਹੈ। ਤੇ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਜਿਹੜੇ ਬੱਚੇ ਨੇ ਉਹ ਜਾਂ ਪੇਰੈਂਟਸ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਇਸ ਦੇ ਵਿੱਚ ਮਦਦ ਕਰ ਸਕਦੇ ਆ। ਜਿਹੜਾ ਹੁਣ ਸੋਸ਼ਲ ਮੀਡੀਆ ਹੈ ਉਹਦਾ ਅਸਰ ਬਹੁਤ ਜ਼ਿਆਦਾ ਹੈ ਨਿਆਣਿਆਂ 'ਤੇ। ਸੋ ਆਈ ਮੀਨ ਜੇ ਨਿਆਣੇ ਸਕੂਲੇ ਲੈ ਕੇ ਜਾਂਦੇ ਆ ਫੋਨ ਆਪਣਾ, ਤਾਂ ਘਰ ਆ ਕੇ ਵੀ ਫੋਨ ਆ ਤਾਂ ਜਾਂ ਲੈਪਟਾਪ ਆ ਜਾਂ ਆਈਪੈਡ ਆ ਜਾਂ ਜੋ ਕੁਛ ਵੀ ਹੈਗਾ ਆ। ਸੋ 24 ਘੰਟੇ ਉਹੀ ਚੀਜ਼ ਉਹਨਾਂ ਨੂੰ ਦੱਸਦੀ ਆ। ਸੋ ਇਟਸ ਇੰਪੋਰਟੈਂਟ ਵੀ ਤੁਸੀਂ ਉਹਨਾਂ ਨੂੰ ਬ੍ਰੇਕ ਕਰਕੇ ਪੁੱਛੋ, ਯੂ ਨੋ ਹਾਊ ਡੂ ਯੂ ਫੀਲ, ਆਰ ਯੂ ਹੈਪੀ। ਤਾਂ ਜੇ ਨਿਆਣਾ ਤੁਹਾਨੂੰ ਲੱਗਦਾ ਵੀ ਨਹੀਂ ਖੁਸ਼ ਆਪਣੇ ਆਪ 'ਤੇ, ਤੁਸੀਂ ਉਹ ਨਾਲ ਗੱਲਬਾਤ ਕਰੋ। ਜੇ ਤਾਂ ਤੁਹਾਡੇ ਕੋਲ ਰਿਲੇਸ਼ਨਸ਼ਿਪ ਹੈਗਾ ਇੱਦਾਂ ਦਾ ਨਿਆਣੇ ਦੇ ਨਾਲ ਤੁਸੀਂ ਕਰ ਸਕਦੇ। ਜੇ ਤੁਸੀਂ ਨਹੀਂ ਵੀ ਕਰ ਸਕਦੇ, ਤੁਸੀਂ ਆਪਣੀ ਫੈਮਿਲੀ ਦੇ ਵਿੱਚ ਜੇ ਕੋਈ ਹੋਊਗਾ ਉਹਦੇ ਨਾਲ ਗੱਲਬਾਤ ਕਰਨ, ਦੈਟਸ ਦ ਮੋਸਟ ਇੰਪੋਰਟੈਂਟ ਥਿੰਗ। ਕਰਕੇ ਜੇ ਤੁਸੀਂ ਇਗਨੋਰ ਕਰਦੇ ਆ ਤਾਂ ਫੋਨਾਂ 'ਤੇ ਰਹਿੰਦੇ ਆ, ਉਹ ਗੱਲ ਫਿਰ ਵੱਧਦੀ ਆ, ਕਿਉਂਕਿ ਉਹ ਫਿਰ ਜਿਹੜੀ ਇਨਸਿਕਿਉਰਿਟੀ ਨਿਆਣੇ ਦੇ ਦਿਮਾਗ 'ਚ ਪੈ ਜਾਂਦੀ ਆ। ਪਰ ਇੰਨਾ ਕਾਮਨ ਹੈ ਨਹੀਂ ਉਹ ਜਿੱਦਾਂ ਆਪਾਂ ਸੋਚਦੇ ਹਾਂ। ਬਟ ਜਿੱਥੇ ਆਪਾਂ ਹੈਲਪ ਕਰ ਸਕਦੇ ਹਾਂ, ਵੀ ਨੀਡ ਟੂ ਜਸਟ talk about it and say, you know, ਨਿਆਣੇ ਨੂੰ ਦੱਸਣਾ ਚਾਹੀਦਾ ਜਿੱਦਾਂ ਮਰਜ਼ੀ ਆ, you know, you're my child, I love you। ਤਾਂ ਉਹਦੇ ਨਾਲ ਨਿਆਣਾ ਬਲੀਵ ਕਰਦਾ ਵੀ ਜਿੱਦਾਂ ਦੀ ਮੈਂ ਹੈਗੀ ਆ ਵੀ ਮੇਰੇ ਪੇਰੈਂਟਸ ਮੈਨੂੰ ਪਿਆਰ ਕਰਦੇ ਆ। ਸੋ ਦੈਟਸ ਦ ਮੋਸਟ ਇੰਪੋਰਟੈਂਟ ਥਿੰਗ। ਉਹਨਾਂ ਦੀ ਸੈਲਫ ਵਰਥ ਸਾਡੇ ਤੋਂ ਆਉਂਦੀ ਆ। ਜੇ ਅਸੀਂ ਇਹ ਕਹੀਏ ਖਾ ਕੇ
ਖਾ ਖਾ ਕੇ ਮੋਟੀ ਹੋਈ ਜਾਂਦੀ ਹੈ ਤਾਂ so that doesn't ਜੀ, help, ਜੀ। you know, ਜੇ ਅਸੀਂ ਕਹੀਏ ਵੀ ਜੇ ਅਸੀਂ ਆਪ ਹੀ ਬਣਾਈਏ ਉਹੀ ਚੀਜ਼ਾਂ ਜਿਹਦੇ ਨਾਲ ਨਿਆਣੇ ਦੇ ਹੈਲਥ ਲਈ ਵੀ ਚੰਗੀ ਆ, ਜੇ ਅਸੀਂ ਮੈਕਡੋਨਲਡ ਖਾਈ ਜਾਣਾ 2-3 ਦਿਨਾਂ ਬਾਅਦ ਜਾਂ ਚਿਪਸ ਖਾਈ ਜਾਂ ਫਰੀਜ਼ਰ ਫੂਡ ਖਾਈ ਜਾਣਾ, there's nothing healthy in that, ਫਿਰ ਨਿਆਣਿਆਂ ਤਾਂ ਆਪੇ ਹੀ ਸਿਹਤ ਉਹਨਾਂ ਦੀ ਫਿਰ ਗਲਤ ਬਣਨੀ ਆ। ਤਾਂ ਉਹ ਚੀਜ਼ਾਂ ਨਾ ਹੀ ਲਿਆਵੋ ਘਰ ਨੂੰ ਜਿਹੜੀਆਂ ਤੁਹਾਨੂੰ ਪਤਾ ਆ ਵੀ ਨਿਆਣੇ ਦੀ ਸਿਹਤ ਤੇ ਗਲਤ ਅਸਰ ਪੈਣਾ ਆ। ਆਈ ਥਿੰਕ ਇੱਕ ਜਿਹੜੀ ਸਾਫ ਇਮੇਜ ਜਿਹੜੀ ਹੁੰਦੀ ਆ ਹਨਾ, ਉਹਦੀ ਜਗ੍ਹਾ ਤੇ ਅਸੀਂ ਅਗਰ ਬੱਚਿਆਂ ਨੂੰ ਇਹ ਕਹੀਏ ਵੀ ਜਿੱਦਾਂ ਵੀ ਤੁਸੀਂ ਹੈਗੇ ਹੋ ਚੰਗੇ ਹੋ, ਪਰਮਾਤਮਾ ਨੇ ਹਰੇਕ ਨੂੰ ਬਿਊਟੀਫੁਲ ਬਣਾਇਆ, ਸਟੇ ਹੈਲਥੀ, ਡੂ ਐਕਸਰਸਾਈਜ਼, ਹੈ ਨਾ, ਜਿਹੜਾ ਮੇਨ ਹੈਗਾ ਵੀ ਪੇਰੈਂਟਸ ਤੇ ਐਜ਼ ਅ ਪੇਰੈਂਟਸ ਸਾਡਾ ਇਹ ਫਰਜ਼ ਬਣਦਾ ਕਿ ਉਹਨਾਂ ਨੂੰ ਰਾਈਟ ਗਾਈਡ ਦਈਏ। ਅਗਰ ਫੂਡ ਵਗੈਰਾ ਠੀਕ ਨਹੀਂ ਖਾ ਰਹੇ ਜਾਂ ਐਕਸਰਸਾਈਜ਼ ਨਹੀਂ ਕਰ ਰਹੇ, ਉਹ ਅਸੀਂ ਕਹਿ ਸਕਦੇ ਹਾਂ ਐਜ਼ ਅ ਇਮੇਜ ਵਾਈਜ਼ ਅਗਰ ਉਹ ਚੇਂਜ ਕਰ ਰਿਹਾ ਤੇ ਸਾਨੂੰ ਜ਼ਰੂਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਵੀ ਇਹ ਕਿਉਂ ਕਰ ਰਿਹਾ, ਕਿਧਰੇ ਸਕੂਲੇ ਬੁਲਿੰਗ ਤਾਂ ਨਹੀਂ ਹੋ ਰਹੀ ਜਾਂ ਸਰਟਨ ਇਸ਼ੂਜ਼ ਕਰਕੇ, ਕਈ ਵਾਰੀ ਹਾਰਮੋਨਸ ਵੀ ਹੋ ਸਕਦੇ ਆ। ਤੇ ਕਈ ਵਾਰੀ ਬੱਚੇ ਕਈ ਜਿਹੜੇ ਡਿਸਆਰਡਰਸ ਨੇ ਉਹ ਤੁਹਾਨੂੰ ਟੀਨੇਜਰ ਤੋਂ ਬਾਅਦ ਪਤਾ ਲੱਗਦੇ ਨੇ। ਸੋ ਇਸ ਕਰਕੇ ਕਾਫੀ ਜਿਹੜੀਆਂ ਗੱਲਾਂ ਹੈਗੀਆਂ ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਅਗਰ ਤੁਹਾਡੇ ਬੱਚੇ ਦੇ ਵਿੱਚ ਕੋਈ ਤਬਦੀਲੀ ਆ ਰਹੀ ਹੈ ਜਦੋਂ ਟੀਨੇਜਰ ਹੋ ਰਿਹਾ 13 ਤੋਂ ਬਾਅਦ ਤੇ 18 ਤੱਕ 19 ਐਕਚੁਅਲੀ isn't it, so we count as 11 up to the age of 25 ਸੋ ਕੁਝ ਵੀ ਇਦਾਂ ਦਾ ਹੋ ਰਿਹਾ ਤੇ ਤੁਸੀਂ ਜ਼ਰੂਰ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ, ਆਪਣੇ ਨਰਸ ਕੋਲੋਂ ਪੁੱਛ ਸਕਦੇ ਹੋ। ਕੋਚਿਸ ਹੈਗੇ ਆ ਸਕੂਲ ਦੇ ਵਿੱਚ, ਐਜੂਕੇਸ਼ਨਲ ਤੌਰ ਤੇ ਵੀ ਸਪੈਸ਼ਲ ਨਰਸਿਸ ਜਿਹੜੀਆਂ ਸਕੂਲੇ ਪ੍ਰੋਵਾਈਡ ਕੀਤੀ ਜਾਂਦੀ ਹੈ। ਅਗਰ ਤੁਹਾਨੂੰ ਲੱਗੇ ਕਿ ਬੱਚੇ ਨੂੰ ਐਂਜ਼ਾਈਟੀ ਹੈਗੀ ਫॉर certain, can be a bullying at school as well, ਹੋਰ ਇਸ਼ੂਜ਼ ਕਈ ਵਾਰੀ ਬੱਚੇ ਦੇ ਨਾਲ ਹੁੰਦੇ ਜੋ ਕੰਪਿਊਟਰ ਵਗੈਰਾ ਯੂਜ਼ ਕਰਦੇ ਹੈਗੇ, ਰੋਂਗ ਇੰਟਰਨੈਟ ਇਨਫੋਰਮੇਸ਼ਨ ਜਿਹੜੀ ਹੈ ਬੱਚਿਆਂ ਕੋਲ ਜਦੋਂ ਆਉਂਦੀ ਹੈ ਉਹਦਾ ਇਫੈਕਟ ਵੀ ਬੱਚਿਆਂ ਤੇ ਪੈਂਦਾ ਹੈਗਾ। ਸੋ ਯੂ ਨੀਡ ਟੂ ਬੇਅਰ ਇਨ ਮਾਈਂਡ ਆਲ ਦਿਸ ਕਿ ਜਦੋਂ ਇੰਟਰਨੈਟ ਵਗੈਰਾ ਯੂਜ਼ ਕਰ ਰਹੇ ਨੇ ਕਿੰਨੀ ਕੁ ਉਹਨਾਂ ਕੋਲ ਸੇਫਟੀ ਵਾਈਜ਼ ਕਿੰਨੀ ਕੁ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਉਹ ਸਾਰੀ ਇਨਫੋਰਮੇਸ਼ਨ ਦਾ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਸਾਡਾ ਸ਼ੋਅ ਤਾਂ ਐਕਚੁਅਲੀ ਖਤਮ ਹੋਣ ਵਾਲਾ ਹੈ। ਸੋ ਥੈਂਕ ਯੂ ਸੋ ਮਚ ਗੁਰਦਿਆਲ ਫॉर ਕਮਿੰਗ। Do you want to give any quick message? The most important thing, ਸਭ ਤੋਂ ਵੱਡੀ ਗੱਲ ਹੈਗੀ ਕਿ ਤੁਸੀਂ ਨਿਆਣਿਆਂ ਨੂੰ, ਤੁਹਾਡੇ ਨਿਆਣੇ ਤੁਸੀਂ ਕਮਿਊਨੀਕੇਟ ਕਰਿਆ ਕਰੋ ਹੈ ਨਾ ਰੈਗੂਲਰਲੀ, ਤਾਂ ਉੱਥੋਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਣਾ ਹੈ। ਜੇ ਤਾਂ ਤੁਹਾਡੀ ਰਿਲੇਸ਼ਨਸ਼ਿਪ ਵਧੀਆ ਨਿਆਣਿਆਂ ਦੇ ਨਾਲ ਫਿਰ ਸਭ ਕੁਝ ਠੀਕ ਆ। ਸੋ ਗੁਰਦਿਆਲ ਦਾ ਲਾਸਟ ਮੈਸੇਜ ਆਈਓ ਹੈ ਕਿ ਟੋਕ ਥੈਰੇਪੀ ਇਜ਼ ਦਾ ਬੈਸਟ ਥੈਰੇਪੀ ਐਂਜ਼ਾਈਟੀ ਲਈ। ਤੇ ਇੱਥੇ ਸਾਡਾ ਜਿਹੜਾ ਹੈਗਾ ਸਮਾਪਤ ਹੁੰਦਾ ਹਾਲ ਟੋਕ ਸ਼ੋ। ਮਿਲਾਂਗੇ ਤੁਹਾਨੂੰ ਨੈਕਸਟ ਵੀਕ ਕਿਸੇ ਹੋਰ ਗੈਸਟ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ।